ਨਾਮ ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੈ ਹਰਿ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਵੇ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਸ਼੍ਰੀ ਰਾਗ ਮਹਿਲਾ ਤੀਜਾ। ਜਗ ਹਉਮੈ ਮੈਲ ਦੁਖ ਪਾਇਆ ਮਲ ਲਾਗੀ ਦੂਜੈ ਪਾਏ। ਮਲ ਹਉਮੈ ਧੋਤੀ ਕਿਵੇਂ ਨਾ ਉਤਰੈ ਜੇ ਸੋ ਤੀਰਥ ਨਾਏ। ਬਹੁ ਬਿਦ ਕਰਮ ਕਮਾਵੰਦੇ ਦੂਣੀ ਮਲ ਲਾਗੀ ਆਏ। ਪੜਿਐ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ। ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ। ਮਨ ਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ। ਰਹਾਉ ਮਨ ਮੈਲੈ ਭਗਤ ਨਾ ਹੋਵਈ ਨਾਮ ਨ ਪਾਇਆ ਜਾਏ। ਮਨ ਮੁਖ ਮੈਲੇ ਮੈਲੇ ਮੋਏ ਜਾਸਨ ਪਤ ਗਵਾਏ। ਗੁਰ ਪ੍ਰਸਾਦੀ ਮਨ ਵਸੈ ਮਲ ਹਉਮੈ ਜਾਏ ਸਮਾਏ। ਜਿਉ ਅੰਧੇਰੇ ਦੀਪਕ ਬਾਲੀਐ
त्यों गुर ज्ञान अज्ञान तजाए। हम किया हम करेंगे, हम मूर्ख गवार। करने वाला विसरिया, दूजे पाए प्यार। माया जेवड़ दुख नहीं, सब भव थके संसार। गुरमति सुख पाइयै, सच नाम और तार। जिसनो मेले सो मिलै, हाँ तिस बलिहार जाऊं। ये मन भगति रतियां, सच बाणी निज थाऊं। मन रते जिह्वा रती, हर गुण सचे गाओ। नानक नाम न विसर, सचे माहे समाओ। मन रते जिह्वा रती, हर गुण सचे गाओ। नानक नाम न विसर, सचे माहे समाओ। वाहिगुरु जी का खालसा, वाहिगुरु जी की फतेह। ये पावन शब्द जो श्री राग अंदर तीजे पातशाह गुरु अमरदास महाराज जी दे पवित्र मुख तो उच्चारण होया। श्री गुरु ग्रंथ साहिब पातशाह महाराज जी दे 39 अंग ते सुशोभित है। इस दी विचार बाबा महेंद्र सिंह जी पड़ी वाले आप जी नूं सरवण करवाउणगे। बहुत लंबा समा जीवन दा इन्हां ने सिक्खी दे प्रचार प्रसार दे विच समर्पण किया है। एक दिन का आप जी का समा है। प्रबंधक सेवादारां वालों धन्यवाद। अमृत संचार हर ऐतवार 11 बजे हुंदा है। धन लखारी नानका दे सिरलेख अधीन 7वां समागम 10 तरीक गुरुद्वारा श्री गुरु सिंह सभा तेलीवाड़ा शादरा विच होवेगा। समा है शाम नू 7 बजे तो लैके रात 10:30 बजे तक। चौथे पातशाह गुरु रामदास महाराज जी का ज्योति जोत समाउण दा महाराज जी का गुरता गद्दी निशानी गुरपुरब कल 8 तरीक नू है।
ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ 10 ਤਰੀਕ ਨੂੰ ਹੈ। ਆਪ ਜੀ ਨੇ ਇਹਨਾਂ ਸਾਰੇ ਸਮਿਆਂ 'ਤੇ ਸੇਵਾ ਕਰਕੇ, ਹਾਜ਼ਰੀਆਂ ਭਰ ਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪਿਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਅਸੀਂ ਬੱਚਿਆਂ ਨੂੰ ਮਾਇਆ ਨਾਲ ਜੋੜ ਰਹੇ ਹਾਂ, ਦੁਨੀਆ ਦੇ ਪਦਾਰਥ ਦੇ ਰਹੇ ਹਾਂ, ਪਰ ਜਿਹੜੀ ਵਸਤੂ ਨੇ ਸਾਨੂੰ ਸੁੱਖ ਦੇਣਾ ਹੈ ਉਹ ਕੇਵਲ ਤੇ ਕੇਵਲ ਗੁਰਬਾਣੀ ਹੈ ਭਾਈ। ਦੁਨੀਆ ਦਾ ਕੋਈ ਧਨ ਪਦਾਰਥ ਸੁੱਖ ਨਹੀਂ ਦੇ ਸਕਦਾ। ਇਹ ਸਾਰੀਆਂ ਚੀਜ਼ਾਂ ਸੁੱਖ ਦੀਆਂ ਪ੍ਰਤੀਕ ਨੇ, ਭਾਵੇਂ ਪਤੀ ਹੋਵੇ, ਪਤਨੀ ਹੋਵੇ, ਬੱਚੇ ਹੋਣ, ਭੈਣ ਭਰਾ ਹੋਣ, ਕੋਠੀਆਂ ਕਾਰਾਂ ਹੋਣ, ਫੈਕਟਰੀਆਂ, ਬੇਸ਼ੁਮਾਰ ਧਨ ਦੌਲਤ ਹੋਵੇ, ਇਹ ਪ੍ਰਤੀਕ ਜ਼ਰੂਰ ਨੇ ਕਿ ਸ਼ਾਇਦ ਬੰਦਾ ਸੁਖੀ ਹੈ, ਪਰ ਸੁੱਖ ਦੀ ਗਰੰਟੀ ਕੋਈ ਨਹੀਂ ਹੈ। ਬਹੁਤ ਲੋਕ ਨੇ ਜਿਨ੍ਹਾਂ ਕੋਲ ਸਾਰੀਆਂ ਚੀਜ਼ਾਂ ਨੇ, ਪਰ ਨਾਨਕ ਦੁਖੀਆ ਸਭ ਸੰਸਾਰ। ਸੋ ਆਪਾਂ ਜਿਸ ਪਵਿੱਤਰ ਗੁਰਬਾਣੀ ਨੇ ਸੁੱਖ ਦੇਣਾ ਹੈ, ਇਹ ਦਾਤ ਬੱਚਿਆਂ ਨੂੰ ਜ਼ਰੂਰ ਦੇ ਕੇ ਜਾਈਏ। ਯਤਨ ਕਰੀਏ ਸਾਡੇ ਜਿਉਂਦਿਆਂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਸਾਡੇ ਬੱਚੇ ਲੱਗ ਜਾਣ। ਸਾਡਾ ਮਰਨਾ ਵੀ ਜਿਹੜਾ ਹੈ ਉਹ ਸਫਲਾ ਹੋਏਗਾ। ਅਗਲੇ ਸਮੇਂ ਲਈ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਬਦ ਬਖਤ ਹਮ ਚੋ ਬਖੀਲ ਗਾਫਿਲ, ਬੇ ਨਜ਼ਰ ਬੇਬਾਕ, ਨਾਨਕ ਬਗੋਏ ਅਦ ਜਨ ਤੁਰਾ, ਤੇਰੇ ਚਾਕਰਾ ਆਖਾਕ। ਪਿੰਗਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ, ਅੰਦਲੇ ਤ੍ਰੇ ਭਵਨ ਸੂਜਿਆ, ਗੁਰ ਭੇਟ ਪੁਨੀਤਾ। ਮੂਕ ਉਚਰੈ ਸਾਸਤਰ ਖਟ, ਪਿੰਗ ਗਿਰਨ ਚੜ ਜਾਈ, ਅੰਧ ਲਖੈ ਬਦਰੋ ਸੁਨੈ, ਜਾਉ ਕਾਲ ਕਿਰਪਾ ਕਰਾਹੇ। ਤੇਰੀ ਪਨਹ ਖੁਦਾਈ, ਤੂੰ ਬਖਸ਼ੰਦਗੀ। ਸੇਖ ਫਰੀਦਾ ਖੈਰ ਦੀਜੈ, ਖੈਰ ਦੀਜੈ ਬੰਦਗੀ। ਖੈਰ ਦੀਜੈ ਬੰਦਗੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਜਗ ਹਉਮੈ ਮੈਲ ਦੁਖ ਪਾਇਆ, ਮਲ ਲਾਗੀ ਦੂਜੈ ਭਾਏ। ਮਲ ਹਉਮੈ ਧੋਤੀ ਕਿਵੈ ਨਾ ਉਤਰੈ, ਜੇ ਸੌ ਤੀਰਥ ਨਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਸਾਰੀ ਸੰਗਤ ਇੱਕ ਵਾਰੀ ਆਖੋ, ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਧਰਤੀ, ਗੁਰ ਅਸਥਾਨ, ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ ਦੀ ਭਾਵਨਾ ਨੂੰ ਲੈ ਕੇ ਨਤਮਸਤਕ ਹੋ ਰਹੀ ਸਾਧ ਸੰਗਤ ਵਡਭਾਗੇ ਹੋ। ਬਾਲੀਏ ਕੁਲ ਆਲਮ, ਸ਼ਾਂਤੀ ਦੇ ਪੁੰਜ, ਸ਼ਬਦ ਸਰੂਪ ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਚਾਰਨ ਕਰੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਪਿਆਰੀ ਅਗੰਮੀ ਗੋਦ ਅੰਦਰ ਰੋਜ਼ਾਨਾ ਦੀ ਤਰ੍ਹਾਂ ਇਸ ਅਸਥਾਨ ਦੇ ਨਿਤਨੇਮ ਨੂੰ ਅੰਮ੍ਰਿਤ ਵੇਲੇ ਤੋਂ ਆਪ ਸੰਗਤਾਂ ਸਰਵਣ ਕਰਦੇ ਆ ਰਹੇ ਹੋ। ਗੁਰੂ ਕੀ ਗੋਦ ਵਿੱਚ ਗੁਰੂ ਦੇ ਚਰਨਾਂ ਤੇ ਨਤਮਸਤਕ ਹੋਣ ਵਾਲੇ ਗੁਰਸਿੱਖ ਵਡਭਾਗੇ ਨੇ। ਪਰ ਜਿਹੜੇ ਚੜ੍ਹਦੀ ਕਲਾ ਚੈਨਲ ਦੇ ਰਾਹੀਂ ਵੀ ਆਪਣੀ ਸੁਰਤ ਨੂੰ ਇਸ ਅਸਥਾਨ ਤੇ ਲਿਆ ਕੇ ਗੁਰ ਸ਼ਬਦ ਨਾਲ ਸਾਂਝ ਪਾਉਣ ਵਾਲੇ ਨੇ, ਉਹਨਾਂ ਦੇ ਵੀ ਵੱਡੇ ਭਾਗ ਨੇ। ਆਓ ਸੰਗਤ ਵਿੱਚ ਮਿਲੀਏ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰਮੁਖ ਪਿਆਰਿਓ, ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ ਹੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਪਿਆਰ ਨਾਲ ਕਹਿ ਦਿਓ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਉਹਨਾਂ ਦੀ ਰਸਨਾ ਤੋਂ ਪ੍ਰਗਟ ਹੈ ਸ੍ਰੀ ਰਾਗ ਦੀ ਵਿਚਾਰ। ਤੁਸੀਂ ਪਿਛਲੇ ਕਾਫੀ ਸਮੇਂ ਤੋਂ ਸਰਵਣ ਕਰਦੇ ਆ ਰਹੇ ਹੋ। ਰਾਗਾਂ ਵਿੱਚੋਂ ਸ਼੍ਰੋਮਣੀ ਰਾਗ ਹੈ ਸ੍ਰੀ ਰਾਗ। ਰਾਗਾਂ ਵਿੱਚ ਸ੍ਰੀ ਰਾਗ ਹੈ, ਪਰ ਇੱਕ ਸ਼ਰਤ ਵੀ ਲਾਈ ਹੈ। ਉਹ ਸ਼ਰਤ ਕੀ ਹੈ? ਜੇ ਸੱਚ ਧਰੇ ਪਿਆਰ, ਅੰਦਰ ਸੱਚ ਨਾਲ ਮੇਰੇ ਵਾਹਿਗੁਰੂ ਜੀ ਨਾਲ ਪਿਆਰ ਹੋਵੇ ਨਾ, ਪਿਆਰ ਵਿੱਚ ਆ ਕੇ ਇਹ ਸ੍ਰੀ ਰਾਗ ਗਾਵਿਆ ਤੇ ਸੁਣਿਆ ਜਾਵੇ, ਫਿਰ ਇਹਦੇ ਵਰਗਾ ਕੋਈ ਹੋਰ ਰਾਗ ਨਹੀਂ, ਸ਼੍ਰੋਮਣੀ ਰਾਗ ਹੈ। ਇਸ ਰਾਗ ਦੇ ਰਾਹੀਂ ਕਿਰਪਾਲੂ ਸਤਿਗੁਰੂ, ਜੋ ਅੱਜ ਦੇ ਸ਼ਬਦ ਦਾ ਥੀਮ ਹੈ, ਜਿਸ ਵਿਸ਼ੇ ਤੇ ਅੱਜ ਦੀ ਵਿਚਾਰ ਜਾਂ ਗੱਲ ਮੇਰੇ ਪਾਤਸ਼ਾਹ ਨੇ ਕੀਤੀ ਹੈ, ਉਹ ਹੈ ਗੁਰਮੁਖ ਪਿਆਰਿਓ ਮੈਲ, ਮਲੀਨਤਾ। ਗੰਦਗੀ ਵੀ ਕਹਿ ਦਈਏ, ਸ਼ਾਇਦ ਇਹ ਸ਼ਬਦ ਗਲਤ ਨਹੀਂ। ਮੈਲ ਦੇ ਕੁਝ ਪੱਖ ਨੇ। ਇੱਕ ਤੇ ਮੈਲ ਕਿਹੋ ਜਿਹੀ ਹੈ? ਜਿਸ ਮੈਲ ਨੂੰ ਸਾਫ਼ ਕਰਨਾ ਨਾ, ਉਸ ਮੈਲ ਦੀ ਪਹਿਚਾਣ ਕਰਨੀ ਬਹੁਤ ਜ਼ਰੂਰੀ ਹੈ ਵੀ ਇਹ ਮੈਲ ਕਿਸ ਤਰ੍ਹਾਂ ਦੀ ਹੈ। ਆਮ ਤੌਰ ਤੇ ਜਿੰਨੀ ਮੈਲ ਹੈ, ਭਾਵੇਂ ਉਹ ਸਾਡੇ ਸਰੀਰ ਤੇ ਹੋਵੇ, ਭਾਵੇਂ ਕਿਸੇ ਵਸਤੂ ਤੇ ਹੋਵੇ, ਘਰ ਵਿੱਚ ਹੋਵੇ, ਤੇ ਗੁਰੂ ਪਿਆਰਿਓ ਪਾਣੀ ਦੇ ਨਾਲ ਮੈਲ ਸਾਫ਼ ਹੋ ਜਾਂਦੀ ਹੈ। ਜਿਵੇਂ ਗੁਰਦੇਵ ਨੇ ਜਪਜੀ ਸਾਹਿਬ ਵਿੱਚ ਆਖਿਆ ਨਾ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋਕੇ। ਕਿਤੇ ਮੈਲ ਥੋੜੀ ਜਿਹੀ ਹਾਰਡ ਹੋਵੇ, ਚੰਦਿਆਈ ਵਾਲੀ ਹੋਵੇ, ਜ਼ਿਆਦਾ ਮਲੀਨਤਾ ਹੋਵੇ, ਫਿਰ ਮੈਲ ਦੀ ਜਦੋਂ ਵੰਨਗੀ ਬਦਲ ਗਈ, ਕਿਸਮ ਬਦਲ ਗਈ ਨਾ, ਫਿਰ ਉਹਨੂੰ ਸਾਫ਼ ਕਰਨ ਦੀ ਤਕਨੀਕ ਵੀ ਬਦਲਣੀ ਪੈਂਦੀ ਹੈ।
ਗੁਰਦੇਵ ਨੇ ਨਾਲ ਲੱਗਦੇ ਹੀ ਇਹ ਗੱਲ ਕਹੀ ਹੈ, ਮੂਤ ਪਲੀਤੀ ਕੱਪੜ ਹੋਏ। ਜੇ ਕੱਪੜਾ ਬਹੁਤਾ ਮਲੀਨ ਹੋ ਜਾਵੇ ਤੇ ਇਕੱਲੇ ਪਾਣੀ ਦੇ ਨਾਲ ਉਹ ਸਾਫ਼ ਨਹੀਂ ਹੁੰਦਾ, ਉਹਦੇ ਵਿੱਚੋਂ ਬੋ ਖਤਮ ਨਹੀਂ ਹੁੰਦੀ। ਫਿਰ ਕੁਛ ਨਾ ਕੁਛ ਪਾਣੀ ਦੇ ਨਾਲ ਐਡ ਕਰਨਾ ਪਵੇਗਾ, ਵਾਧਾ ਕਰਨਾ ਪਵੇਗਾ। ਗੁਰਦੇਵ ਕਹਿੰਦੇ ਦੇ ਸਾਬੂਣ ਲਈਆ ਉਹ ਧੋਏ, ਤਕਨੀਕ ਵਿੱਚ ਐਡ ਕਰ ਦਿੱਤਾ। ਮੈਲ ਥੰਧਿਆਈ ਵਾਲੀ ਹੋਵੇ, ਕਈ ਵਾਰੀ ਕੱਪੜੇ ਤੇ ਬਹੁਤੀ ਥੰਧਿਆਈ ਲੱਗ ਜਾਂਦੀ ਹੈ ਜਾਂ ਕਿਸੇ ਵੀ ਵਸਤੂ ਤੇ ਲੱਗ ਜਾਂਦੀ ਹੈ, ਉਹਦੀ ਸਫਾਈ ਵਾਸਤੇ ਕੁਛ ਨਾ ਕੁਛ ਹੋਰ ਵੀ ਕਰਨਾ ਪਏਗਾ। ਉਹਦੇ ਵਾਸਤੇ ਅੱਜ ਦੇ ਸਮੇਂ ਕੋਈ ਨਾ ਕੋਈ ਕੈਮੀਕਲ, ਭਾਵੇਂ ਉਹ ਡਿਟਰਜੈਂਟ ਪਾਊਡਰ ਹੋਵੇ, ਭਾਵੇਂ ਕੋਈ ਪੈਟਰੋਲ ਵਰਗਾ ਕੈਮੀਕਲ ਹੋਵੇ, ਇਤਿਆਦਿਕ ਥਿਨਰ ਵਰਗੀ ਕੋਈ ਚੀਜ਼ ਲੈ ਕੇ ਉਸ ਮੈਲ ਨੂੰ ਸਾਫ਼ ਕੀਤਾ ਜਾ ਸਕਦਾ, ਵਰਨਾ ਇਕੱਲੇ ਪਾਣੀ ਨਾਲ ਗੱਲ ਨਹੀਂ ਜੇ ਬਣਦੀ। ਗਲਫ ਦੇ ਅੰਦਰ, ਅਰਬ ਦੇ ਅੰਦਰ ਸੈਂਡ ਬਾਸ ਸਿਸਟਮ ਵੀ ਹੈ, ਕਿਉਂਕਿ ਉੱਥੇ ਪਾਣੀ ਦੀ ਘਾਟ ਹੈ। ਰੇਤਾ ਇੰਨੇ ਪ੍ਰੈਸ਼ਰ ਦੇ ਨਾਲ ਕਿਸੇ ਵਸਤੂ ਤੇ ਗੱਡੀ ਤੇ ਮਾਰ ਦਿੱਤਾ ਜਾਂਦਾ ਹੈ, ਉਹ ਰੇਤੇ ਦੀ ਰਗੜ ਦੇ ਨਾਲ ਵੀ ਮੈਲ ਸਾਫ਼ ਕਰ ਲਈ ਜਾਂਦੀ ਹੈ। ਬਸ ਲੋੜ ਹੈ ਸਭ ਤੋਂ ਪਹਿਲਾਂ ਮੈਲ ਨੂੰ ਪਹਿਚਾਨਣ ਦੀ। ਹੁਣ ਜਦੋਂ ਮੈਲ ਦੀ ਗੱਲ ਸਤਿਗੁਰੂ ਕਰਦੇ ਨੇ, ਇੱਥੇ ਸਰੀਰ ਦੀ ਮੈਲ ਦੀ ਗੱਲ ਨਹੀਂ, ਇਹ ਗੱਲ ਵੱਖਰੀ ਹੈ ਕਿ ਗੁਰੂ ਕੇ ਸਿੱਖਾ ਤੂੰ ਸਰੀਰ ਵੀ ਮੈਲਾ ਨਹੀਂ ਜੇ ਰੱਖਣਾ। ਅੰਮ੍ਰਿਤ ਵੇਲੇ ਦਾ ਇਸ਼ਨਾਨ ਚੌਥੇ ਪਹਿਰ ਸੁਬਹ ਕੈ, ਸੁਰਤਿਆਂ ਉਪਜਿਆ ਚਾਓ, ਤਿਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ। ਗੁਰੂ ਕਾ ਸਿੱਖ ਪਹਿਲਾਂ ਪਾਣੀ ਨਾਲ ਜੁੜਦਾ ਤੇ ਫਿਰ ਬਾਣੀ ਨਾਲ ਜੁੜਦਾ। ਭਾਵ ਪਹਿਲਾਂ ਸਰੀਰ ਨੂੰ ਸਾਵਧਾਨ ਕਰਦਾ, ਸਾਫ਼ ਕਰਦਾ ਅੰਮ੍ਰਿਤ ਵੇਲੇ, ਫਿਰ ਨਿਤਨੇਮ ਵੱਲ ਧਿਆਨ ਕਰਦਾ। ਸਰੀਰ ਵੀ ਸਾਫ਼ ਰੱਖਣਾ, ਪਰ ਬੰਦਗੀ ਦੀ ਦੁਨੀਆ ਵਿੱਚ ਇਕੱਲੀ ਸਰੀਰ ਦੀ ਸਫਾਈ ਕਾਫੀ ਨਹੀਂ। ਸਰੀਰ ਬਾਰੇ ਤੇ ਗੁਰਦੇਵ ਪਾਤਸ਼ਾਹ ਨੇ ਆਖਿਆ, ਜਲ ਧੋਵੈ ਬਹੁ ਦੇਹ ਅਨੀਤ, ਸੁੱਧ ਕਹਾਂ ਹੋਏ ਕਾਚੀ ਭੀਤ। ਕਰਨਾ ਸਾਫ਼ ਜ਼ਰੂਰ ਹੈ, ਪਰ 2 ਘੰਟੇ ਬਾਅਦ ਪਸੀਨਾ ਆ ਕੇ ਇਹਨੇ ਫਿਰ ਮੈਲੇ ਦਾ ਮੈਲਾ ਹੀ ਰਹਿਣਾ। ਮੈਲ ਦੀ ਗੱਲ ਕੀਤੀ ਹੈ ਜਿਹੜੀ ਸਾਡੇ ਹਿਰਦੇ ਨੂੰ ਲੱਗੀ ਹੈ, ਸਾਡੇ ਮਨ ਨੂੰ ਲੱਗੀ ਹੈ। ਮਨ, ਹਿਰਦਾ ਇਤਿਆਦਿਕ ਜਿਹੜੇ ਸ਼ਬਦ ਗੁਰਬਾਣੀ ਵਿੱਚ ਵਰਤੇ ਜਾਂਦੇ ਨੇ, ਇਹ ਮਿਲਦੇ ਜੁਲਦੇ ਭਾਵ ਵਾਲੇ ਹੀ ਹੁੰਦੇ ਨੇ। ਤੇ ਇਹ ਮੈਲ ਕਿੰਨੀ ਕੁ ਪੁਰਾਣੀ ਹੈ, ਇਹ ਵੀ ਤੁਸੀਂ ਕਈ ਵਾਰੀ ਪ੍ਰਮਾਣ ਰੂਪ ਵਿੱਚ ਪੰਕਤੀ ਸੁਣੀ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਇੱਕ ਜਨਮ ਦੀ ਗੱਲ ਨਹੀਂ, ਪਿਛਲੇ ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਮੈਲ ਲੱਗਦੀ ਆ ਰਹੀ ਹੈ। ਜ਼ਰੂਰੀ ਨਹੀਂ ਕਿ ਪਿਛਲੇ ਜਨਮ ਸਾਡੇ ਮਨੁੱਖਾ ਜਨਮ ਹੀ ਹੋਣ, ਕਿਉਂਕਿ ਲੜੀ ਬੜੀ ਦੂਰ ਤੋਂ ਚੱਲ ਕੇ ਆਈ ਹੈ। ਕਿਰਪਾਲੂ ਸਤਿਗੁਰੂ, ਸਰਤਾਜ ਸ਼ਹੀਦਾਂ, ਉਸਤਾਦ ਅਜ਼ੀਜ਼ਾਂ, ਮੁਰਸ਼ਿਦ ਮੁਰੀਦਾਂ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਇੱਕ ਲੜੀ ਸਾਡੇ ਪਿਛਲੇ ਜਨਮਾਂ ਦੀ ਸਾਡੇ ਸਾਹਮਣੇ ਦ੍ਰਿਸ਼ਟਮਾਨ ਕਰਦੇ ਨੇ, ਜਾਣੀ ਕਿ ਸਮਝਾਉਂਦੇ ਨੇ। ਉਹ ਸ਼ਬਦ ਵੀ ਤੁਸੀਂ ਕਈ ਵਾਰੀ ਤੁਹਾਡੇ ਧਿਆਨ ਗੋਚਰੇ ਹੋਵੇਗਾ, ਜਿਹੜੇ ਗੁਰਬਾਣੀ ਪੜ੍ਹਨ ਵਾਲੇ ਨੇ, ਵਿਚਾਰਨ ਵਾਲੇ ਨੇ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਪਤੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋ। ਮਾਈਕ ਥੋੜਾ ਦੂਰ ਕਰੋ। ਸੋ ਇਸ ਸ਼ਬਦ ਨੂੰ ਗੁਰਮੁਖ ਪਿਆਰਿਓ ਜਦੋਂ ਅਸੀਂ ਵਿਚਾਰਾਂਗੇ ਤੇ 84 ਲੱਖ ਜੂਨਾਂ ਦੇ ਵਿੱਚੋਂ ਕਾਫੀ ਸਾਰੀਆਂ ਜੂਨਾਂ ਮੇਰੇ ਪਾਤਸ਼ਾਹ ਨੇ ਗਿਣ ਦਿੱਤੀਆਂ ਨੇ ਬਈ ਆਹ ਮਨੁੱਖਾ ਦੇਹੀ ਤੱਕ ਪਹੁੰਚਦਿਆਂ ਤੈਨੂੰ ਇਹ ਸਫ਼ਰ, ਇਹ ਯਾਤਰਾ ਕਰਕੇ ਇਹਨਾਂ ਵਿੱਚੋਂ ਲੰਘ ਕੇ ਆਉਣਾ ਪਿਆ। ਹੁਣ ਦੂਜੇ ਪਾਸੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਇੱਕ ਦੀ ਨਹੀਂ ਅਨੇਕਾਂ ਜਨਮਾਂ ਦੀ। ਸਵਾਲ ਪੈਦਾ ਹੁੰਦਾ ਵੀ ਕੀ ਇਹਨਾਂ ਜਨਮਾਂ ਵਿੱਚ ਵੀ ਮੈਲ ਸੀ? ਸੱਚ ਹੈ, ਉੱਥੇ ਵੀ ਕਿਤੇ ਨਾ ਕਿਤੇ ਮੈਲ ਲੱਗਣੀ ਸ਼ੁਰੂ ਹੋ ਗਈ ਸੀ। ਭਾਵੇਂ ਉਹ ਮੈਲ ਅਜੇ ਇੰਨੀ ਪ੍ਰਬਲ ਨਹੀਂ ਸੀ ਹੋਈ, ਉਹਦੀ ਪਰਤ ਗਹਿਰੀ ਨਹੀਂ ਸੀ ਹੋਈ, ਉਹ ਜ਼ਿਆਦਾ ਨਹੀਂ ਸੀ ਚੜੀ, ਪਰ ਸ਼ੁਰੂਆਤ ਹੋ ਚੁੱਕੀ ਸੀ। ਅਸੀਂ ਅੱਜ ਵੀ ਇਹਨਾਂ ਜੂਨਾਂ ਵੱਲ ਨਜ਼ਰ ਮਾਰਦੇ ਆ ਨਾ,
ਇਹਨਾਂ ਵਿੱਚੋਂ ਤੁਹਾਨੂੰ ਲੋਭ ਨਜ਼ਰ ਆਵੇਗਾ, ਜਿਵੇਂ ਇੱਕੋ ਖੁਰਲੀ ਦੇ ਉੱਤੇ ਪਸ਼ੂ ਇਕੱਠੇ ਰੋਜ਼ 24 ਘੰਟੇ ਖੜ੍ਹਦੇ ਨੇ। ਹੁਣ ਜਿਹੜੇ ਪਸ਼ੂ ਰੱਖਦੇ ਨੇ ਉਹਨਾਂ ਨੂੰ ਪਤਾ ਹੈ ਵੀ ਉਹ ਇਕੱਠੇ ਪਸ਼ੂ ਜਦੋਂ ਖੜ੍ਹੇ ਨੇ 24 ਘੰਟੇ ਇਕੱਠੇ ਰਹਿੰਦੇ ਨੇ, ਪਰ ਜਦੋਂ ਪੱਠਿਆਂ ਦਾ ਟੋਕਰਾ ਆ ਕੇ ਸਾਹਮਣੇ ਖੁਰਲੀ 'ਚ ਡਿੱਗਦਾ ਨਾ, ਉਹ ਇੱਕ ਦੂਜੇ ਦੇ ਸਿੰਗ ਮਾਰਨੇ ਸ਼ੁਰੂ ਕਰ ਦਿੰਦੇ ਨੇ। ਕਿਤੇ ਨਾ ਕਿਤੇ ਲੱਭ ਦੀ ਮੈਲ, ਜਾਣੀ ਕਿ ਖਾਣ ਦਾ ਲਾਲਚ, ਇਹ ਮੈਲ ਉਸ ਜਨਮ ਵਿੱਚ ਲੱਗ ਚੁੱਕੀ ਸੀ, ਅੱਜ ਵੀ ਚੱਲ ਰਹੀ ਹੈ। ਅੱਜ ਵੀ ਬੜੇ ਬੰਦੇ ਤੁਸੀਂ ਵੇਖ ਸਕਦੇ ਹੋ, ਕਿਸੇ ਵਿਆਹ ਵਿੱਚ ਪਾਰਟੀ ਵਿੱਚ ਗਏ ਤੇ ਇਸ ਢੰਗ ਨਾਲ ਖਾਂਦੇ ਨੇ ਵੀ ਸ਼ਾਇਦ ਉਹ ਹਫ਼ਤੇ ਦਾ ਇੱਕ ਦਿਨ ਹੀ ਖਾਣਾ ਚਾਹੁੰਦੇ ਹੋਣ। ਮੈਲ ਉੱਥੋਂ ਲੱਗਣੀ ਸ਼ੁਰੂ ਹੋਈ ਸੀ, ਇੱਥੇ ਤੱਕ ਆਉਂਦਿਆਂ ਬੜੀ ਪ੍ਰਬਲ ਹੋ ਗਈ, ਜ਼ਿਆਦਾ ਹੋ ਗਈ। ਇੱਕੋ ਗਲੀ ਵਿੱਚ ਰਹਿਣ ਵਾਲੇ ਕੁੱਤੇ ਹੁਣ ਆਪਣੀ ਜੂਨ, ਆਪਣੀ ਨਸਲ ਨੂੰ ਇੱਕ ਦੂਜੇ ਨਾਲ ਇਸ ਤਰ੍ਹਾਂ ਜਾਨ ਦੇ ਬੈਰੀ ਬਣਦੇ ਤੁਸੀਂ ਵੇਖੇ ਹੋਣਗੇ ਵੀ ਜਿਸ ਤਰ੍ਹਾਂ ਇੱਕ ਦੂਜੇ ਨੂੰ ਮਾਰਨ ਤੱਕ ਜਾ ਰਹੇ ਨੇ। ਈਰਖਾ, ਹੰਕਾਰ ਉੱਥੇ ਪਣਪ ਰਿਹਾ ਸੀ, ਜਾਣੀ ਕਿ ਉੱਥੇ ਮੈਲ ਲੱਗਣੀ ਸ਼ੁਰੂ ਹੋ ਗਈ ਸੀ ਇਹਨਾਂ ਜੂਨਾਂ ਵਿੱਚ। ਬੜੇ ਪ੍ਰਮਾਣ ਆਪਾਂ ਅੱਗੇ ਲੈ ਕੇ ਜਾ ਸਕਦੇ ਹਾਂ। ਪੰਛੀ ਲੜਦੇ ਵੇਖੇ ਜਾ ਸਕਦੇ ਨੇ। ਚਲੋ ਕੁੱਤੇ ਨੂੰ ਤੇ ਆਪਣੇ ਮਾਲਕ ਦੇ ਦਰ ਦੀ ਕੋਈ ਮੇਰ ਤੇਰ ਹੋ ਸਕਦੀ ਹੈ, ਰੁੱਖਾਂ ਤੇ ਬੈਠਣ ਵਾਲੇ ਪਰਿੰਦੇ ਵੀ ਕਈ ਵਾਰੀ ਆਪਸ ਵਿੱਚ ਲੜ ਪੈਂਦੇ ਨੇ। ਉੱਥੇ ਵੀ ਹੰਕਾਰ ਦੀ ਮੈਲ ਇਸ ਜੀਵ ਨੂੰ ਲੱਗਣੀ ਸ਼ੁਰੂ ਹੋ ਗਈ ਸੀ। ਲੱਗਦਿਆਂ ਲੱਗਦਿਆਂ, ਪਰਤਾਂ ਚੜ੍ਹਦਿਆਂ ਚੜ੍ਹਦਿਆਂ ਗੁਰੂ ਪਿਆਰਿਓ ਪਹੁੰਚ ਗਈ ਕਾਲਾ ਹੋਆ ਸਿਆਹ। ਇਹ ਮੈਲ ਨਾਲ ਮਨ ਕਾਲਾ ਸ਼ਾਹ ਹੋ ਗਿਆ, ਸਿਆਹੀ ਵਰਗਾ ਕਾਲਾ ਹੋ ਗਿਆ। ਹੁਣ ਇਹ ਮੈਲਾ ਮਨ, ਅੱਗੇ ਇਸ ਨੂੰ ਧੋਣ ਦਾ ਸਵਾਲ ਸਾਡੇ ਸਾਹਮਣੇ ਆ ਜਾਂਦਾ। ਸੋ ਇਸ ਮੈਲ ਨੂੰ ਧੋਣ ਦਾ ਜ਼ਿਕਰ ਮੇਰੇ ਕਿਰਪਾਲੂ ਸਤਿਗੁਰੂ ਨੇ ਪਹਿਲਾਂ ਤੇ ਮੈਲ ਦਾ ਅਹਿਸਾਸ ਕਰਵਾਇਆ ਅੱਜ ਵੀ ਤੇਰੇ ਅੰਦਰ ਮੈਲ ਹੈ। ਵੈਸੇ ਨਹੀਂ ਅਸੀਂ ਮੰਨਦੇ। ਯਾਦ ਰੱਖਣਾ, ਚਿਹਰੇ ਤੇ ਧੱਬਾ ਲੱਗਿਆ ਹੋਵੇ ਨਾ, ਮੱਥੇ ਤੇ ਦਾਗ ਹੋਵੇ, ਆਪਣੀਆਂ ਅੱਖਾਂ ਉਹ ਧੱਬਾ, ਉਹ ਦਾਗ ਵੇਖ ਨਹੀਂ ਸਕਦੀਆਂ। ਫਿਰ ਸਵੇਰੇ ਸਵੇਰੇ ਆਫਿਸ ਜਾਣ ਵਾਸਤੇ, ਕੰਮ ਤੇ ਜਾਣ ਵਾਸਤੇ, ਜੌਬ ਤੇ ਜਾਣ ਵਾਸਤੇ ਜਦੋਂ ਬੰਦਾ ਤਿਆਰ ਹੁੰਦਾ ਨਾ, ਤੇ ਸਭ ਤੋਂ ਪਹਿਲਾਂ ਸ਼ੀਸ਼ੇ ਦੇ ਅੱਗੇ ਖੜ੍ਹਦਾ ਵੀ ਕੋਈ ਮੇਰੀ ਪਰਸਨੈਲਿਟੀ ਵਿੱਚ, ਮੇਰੀ ਤਿਆਰੀ ਵਿੱਚ ਕਿਸੇ ਤਰ੍ਹਾਂ ਦੀ ਘਾਟ ਤੇ ਨਹੀਂ। ਕਹਿਣ ਦਾ ਭਾਵ ਇਹ ਅੱਖਾਂ ਬਹੁਤ ਕੁਝ ਵੇਖ ਸਕਦੀਆਂ ਨੇ, ਦੇਖ ਰਹੀਆਂ ਨੇ, ਤਾਰਿਆਂ ਤੱਕ ਇਹ ਨਜ਼ਰ ਚਲੀ ਜਾਂਦੀ ਹੈ, ਪਰ ਇਹ ਅੱਖਾਂ ਆਪਣੇ ਆਪ ਨੂੰ ਵੇਖ ਸਕਣ, ਅਸੀਂ ਆਪਣਾ ਚਿਹਰਾ ਵੇਖ ਸਕੀਏ, ਇੰਨੀ ਸਮਰੱਥਾ ਇਸ ਨਜ਼ਰ ਵਿੱਚ, ਇਸ ਵਿਜ਼ਨ ਵਿੱਚ ਨਹੀਂ ਹੈ। ਕਿਸੇ ਦੂਸਰੇ ਸਹਿਯੋਗ ਦੀ ਲੋੜ ਪੈ ਰਹੀ ਹੈ, ਕਿਸੇ ਦਰਪਣ ਦੀ ਲੋੜ ਪੈ ਰਹੀ ਹੈ, ਮਿਰਰ ਦੀ ਲੋੜ ਪੈ ਰਹੀ ਹੈ, ਕਿਸੇ ਪਾਣੀ ਦੀ ਸਤ੍ਹਾ ਦੀ ਲੋੜ ਪਏਗੀ, ਕਿਸੇ ਰਿਫਲੈਕਟਰ ਦੀ ਲੋੜ ਪਏਗੀ, ਤਾਂ ਕਿਤੇ ਜਾ ਕੇ ਆਪਣੇ ਚਿਹਰੇ ਦਾ ਦਾਗ ਜਾਂ ਅੱਖਾਂ ਆਪਣੇ ਆਪ ਨੂੰ ਵੇਖ ਸਕਣਗੀਆਂ। ਬਸ ਇਹੋ ਹੀ ਨੁਕਤਾ ਹੈ। ਅਸੀਂ ਜਿੰਨੇ ਮਰਜ਼ੀ ਯਤਨ ਕਰ ਲਈਏ ਵੀ ਆਪਣੇ ਹਿਰਦੇ ਦੀ ਮੈਲ ਵੇਖ ਲਈਏ, ਮਾਫ ਕਰਨਾ, ਉੱਥੇ ਤੱਕ ਸਾਡੀ ਨਜ਼ਰ ਨਹੀਂ ਜੇ ਜਾਂਦੀ, ਕਿਉਂਕਿ ਨਜ਼ਰ ਬਾਹਰ ਨੂੰ ਹੈ। ਹਾਂ, ਦੂਸਰੇ ਦੀ ਮੈਲ ਵੇਖਣ ਨੂੰ ਇਹ ਦੇਰ ਨਹੀਂ ਲਾਉਂਦਾ। ਇਹ ਚੋਰ ਹੈ, ਇਹ ਠੱਗ ਹੈ, ਇਹ ਬੰਦਾ ਬੜਾ ਸ਼ੈਤਾਨ ਹੈ, ਇਹ ਬੜੀ ਕੁੱਤੀ ਸ਼ੈ ਹੈ, ਪਤਾ ਨਹੀਂ ਕਿੰਨੇ ਕੁ ਸ਼ਬਦ ਵਰਤ ਜਾਂਦਾ ਦੂਜਿਆਂ ਵਾਸਤੇ, ਕਿਉਂਕਿ ਦੂਜੇ ਦੀ ਮੈਲ ਵੇਖਣੀ ਬੜੀ ਸੌਖੀ ਹੈ। ਕਈ ਵਾਰੀ ਤੇ ਨਾ ਹੁੰਦਿਆਂ ਹੋਇਆਂ ਵੀ ਧੱਬਾ ਲਾ ਦਿੰਦਾ, ਬੰਦੇ ਵਿੱਚ ਔਗਣ ਨਾ ਵੀ ਹੋਵੇ ਤਾਂ ਵੀ ਇਹ ਥੋਪ ਦਿੰਦਾ, ਕਿਉਂਕਿ ਦੂਜੇ ਦੀ ਮੈਲ ਵੇਖਣੀ ਆਸਾਨ ਹੈ। ਹਿਰਦੇ ਦੀ ਮੈਲ ਵੇਖ ਸਕਣਾ ਸਾਡੇ ਵੱਸ ਦੀ ਗੱਲ ਨਹੀਂ। ਫਿਰ ਹਿਰਦੇ ਦੀ ਮੈਲ ਨਜ਼ਰ ਆਵੇ ਤੇ ਕਿਵੇਂ ਆਵੇ? ਆਮ ਤੌਰ ਤੇ ਆਪਾਂ ਵੇਖਦੇ ਹਾਂ ਨਾ ਵੀ ਬਹੁਤੀ ਦੁਨੀਆ, ਬਹੁਤਾ ਸੰਸਾਰ ਆਪਣੇ ਆਪ ਨੂੰ ਚੰਗਾ ਕਹਿਣ ਤੇ ਤੁਰਿਆ ਹੋਇਆ। ਮੈਂ ਬੜਾ ਚੰਗਾ, ਮੈਂ ਕੋਈ ਪਾਪ ਨਹੀਂ ਕਰਦਾ। ਕਈ ਤੇ ਇਹ ਵੀ ਕਹਿੰਦੇ, ਸੁਣੇ ਹੋਣੇ ਆ ਤੁਸੀਂ, ਭਾਵੇਂ ਮੈਂ ਗੁਰਦੁਆਰੇ ਨਹੀਂ ਜਾਂਦਾ, ਭਾਵੇਂ ਮੈਂ ਅੰਮ੍ਰਿਤਪਾਨ ਨਹੀਂ ਕੀਤਾ, ਭਾਵੇਂ ਮੈਂ ਨਿਤਨੇਮ ਨਹੀਂ ਕਰਦਾ, ਪਰ ਮੈਂ ਕਦੇ ਕੋਈ ਬੁਰਾ ਕੰਮ ਨਹੀਂ ਕਰਦਾ, ਮੈਂ ਬੰਦਾ ਬੜਾ ਵਧੀਆ। ਚੰਗੀ ਗੱਲ ਹੈ, ਕਰੈਕਟਰ ਸਾਫ ਸੁਥਰਾ ਹੋਵੇ,
ਪਰ ਅਜੇ ਤੂੰ ਅੰਦਰ ਝਾਤੀ ਮਾਰ ਕੇ ਵੇਖਿਆ ਹੀ ਕੀ ਹੈ ਵੀ ਤੂੰ ਬੰਦਾ ਕਿੰਨਾ ਕੁ ਵਧੀਆ ਜਾਂ ਕਿੰਨਾ ਕੁ ਮੈਲਾ, ਕਿੰਨਾ ਕੁ ਬੁਰਾ। ਜਿਹੜੇ ਗੁਰਮੁਖ ਨੇ ਨਾ, ਉਹ ਕਦੇ ਵੀ ਆਪਣੇ ਆਪ ਨੂੰ ਚੰਗਾ ਨਹੀਂ ਕਹਿੰਦੇ। ਕਿਉਂ ਨਹੀਂ ਕਹਿੰਦੇ? ਕਿਉਂਕਿ ਉਹ ਅੰਦਰ ਝਾਤੀ ਮਾਰ ਚੁੱਕੇ ਨੇ ਔਰ ਮੈਲ ਨੂੰ ਕਾਫੀ ਹੱਦ ਤੱਕ ਧੋ ਵੀ ਚੁੱਕੇ ਨੇ, ਪਰ ਫਿਰ ਵੀ ਉਹ ਕਹਿਣਗੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਉਹਨਾਂ ਦੀ ਦ੍ਰਿਸ਼ਟੀ ਸਮਝ ਰਹੀ ਹੈ। ਉਹ ਕਹਿ ਰਹੇ ਨੇ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਇਹ ਔਗਣ ਆਪਣਾ ਬਿਆਨ ਕਰ ਰਹੇ ਨੇ, ਹਾਲਾਂਕਿ ਹੁੰਦਾ ਨਹੀਂ। ਜਿਵੇਂ ਭਾਈ ਗੁਰਦਾਸ ਕਹਿੰਦੇ ਨੇ ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ। ਇਹ ਗੁਰਮੁਖਾਂ ਦੀ ਦ੍ਰਿਸ਼ਟੀ ਹੈ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਸੋ ਜਦੋਂ ਗੁਰੂ ਦਾ ਸ਼ਬਦ ਸਾਹਮਣੇ ਸ਼ੀਸ਼ੇ ਵਾਂਗ ਆਉਂਦਾ, ਗੁਰਬਾਣੀ ਪੜ੍ਹਨ ਵਾਲੇ ਇਕੱਲੇ ਪੜ੍ਹਨ ਵਾਲੇ ਨਹੀਂ, ਨਾਲ ਨਾਲ ਜਿਹੜੇ ਵਿਚਾਰਨ ਵਾਲੇ ਨੇ, ਵਿਚਾਰ ਕੇ ਪੜ੍ਹਦੇ ਨੇ, ਉਹਨਾਂ ਨੂੰ ਪਤਾ ਹੈ ਕਿ ਸਤਿਗੁਰੂ ਸ਼ਬਦ ਦੇ ਰਾਹੀਂ ਕਿਸ ਤਰ੍ਹਾਂ ਸਾਡੇ ਚਪੇੜਾਂ ਵੀ ਮਾਰ ਜਾਂਦੇ ਨੇ, ਕਈ ਝਟਕਾਂ ਦੇ ਜਾਂਦੇ ਨੇ, ਕਿਤੇ ਮੈਲ ਦਿਖਾ ਦਿੰਦੇ ਨੇ ਵੀ ਆਹ ਵੇਖ ਲੈ ਤੇਰੀ ਹਾਲਤ ਕੀ ਹੈ। ਬਾਹਰੋਂ ਬੜਾ ਸੋਹਣਾ ਸੁਥਰਾ, ਜਿਵੇਂ ਸੱਜਣ ਠੱਗ ਬਾਹਰੋਂ ਬੜਾ ਚਮਕਦਾ ਸੀ ਨਾ, ਧਾਰਮਿਕ ਜੀਵਨ ਵਿਖਾ ਰਿਹਾ ਸੀ, ਮਾਲਾ ਪਾ ਕੇ ਵੀ ਰੱਖਦਾ ਸੀ ਨਾ, ਤੇ ਗੁਰਦੇਵ ਨੇ ਕਹਿ ਦਿੱਤਾ ਸੀ ਊਜਲ ਕੈ ਹਾਂ ਚਿਲਕਣਾ ਘੋਟਮ ਕਾਲੜੀ ਮਸ। ਕਹਿੰਦੇ ਕਾਂਸੀ ਦੇ ਭਾਂਡੇ ਵਾਂਗ ਬਾਹਰੋਂ ਚਮਕਦਾ, ਪਰ ਉਂਗਲ ਘਸਾਇਆ ਜਿਵੇਂ ਕਾਲਸ ਲੱਗਦੀ ਹੈ ਨਾ, ਤੇਰਾ ਜੀਵਨ ਵੀ ਐਸਾ ਹੈ। ਇਹ ਗੁਰੂ ਕਿਰਪਾ ਕਰਦੇ ਨੇ ਸ਼ਬਦ ਰਾਹੀਂ, ਅੰਦਰਲੀ ਮੈਲ ਸਾਨੂੰ ਵਿਖਾ ਦਿੰਦੇ ਨੇ, ਇਕੱਲੀ ਵਿਖਾਉਂਦੇ ਨਹੀਂ। ਯਾਦ ਰੱਖਣਾ, ਜਦੋਂ ਅਹਿਸਾਸ ਹੋ ਜਾਵੇ ਨਾ ਮੈਲ ਦਾ, ਜਦੋਂ ਮਹਿਸੂਸ ਹੋਇਆ ਵੀ ਕੱਪੜਾ ਗੰਦਾ ਹੈ, ਬੰਦਾ ਕਹਿੰਦਾ ਛੇਤੀ ਧੋਈਏ, ਗੰਦਾ ਨਹੀਂ ਜੇ ਪਹਿਨਿਆ ਜਾਣਾ। ਜਦੋਂ ਅਹਿਸਾਸ ਹੋ ਗਿਆ ਵੀ ਘਰ ਵਿੱਚ ਗੰਦਗੀ ਹੈ, ਫਿਰ ਸੋਚਦਾ ਝਾੜੂ ਪੋਚਾ ਕੀਤਾ ਜਾਵੇ, ਵੈਕਮ ਕੀਤਾ ਜਾਵੇ, ਘਰ ਸਾਫ਼ ਰੱਖਣਾ ਚਾਹੀਦਾ। ਜਿੰਨਾ ਚਿਰ ਅਹਿਸਾਸ ਨਹੀਂ ਵੀ ਮੈਲ ਹੈ, ਉਹਨਾਂ ਚਿਰ ਬੰਦਾ ਧੋਣ ਬਾਰੇ ਕਦਾਚਿਤ ਵੀ ਸੋਚ ਨਹੀਂ ਸਕਦਾ। ਮੇਰੇ ਪਾਤਸ਼ਾਹ ਹਿਰਦੇ ਦੀ ਮੈਲ ਦਾ ਅਹਿਸਾਸ ਕਰਵਾਉਂਦੇ ਨੇ ਪਹਿਲਾਂ, ਵੀ ਅੰਦਰ ਕੁਛ ਐਸਾ ਹੈ ਜੋ ਮਲੀਨ ਹੈ, ਗੰਦਾ ਹੈ, ਜੋ ਤੇਰੇ ਯੋਗ ਨਹੀਂ, ਤੇਰੇ ਵਾਸਤੇ ਢੁਕਵਾਂ ਨਹੀਂ। ਅੱਜ ਦੇ ਸ਼ਬਦ ਰਾਹੀਂ ਮੇਰੇ ਪਾਤਸ਼ਾਹ ਨੇ ਦੋਵੇਂ ਗੱਲਾਂ ਇਕੱਠੀਆਂ ਕੀਤੀਆਂ ਨੇ। ਜਿੰਨਾ ਕੁ ਸਮਾਂ ਉਹਦੇ ਵਿੱਚ ਵਿਚਾਰਾਂਗੇ, ਮਨੁੱਖ ਮੈਲ ਨੂੰ ਕਿਵੇਂ ਸਾਫ਼ ਕਰਨੀ ਚਾਹੁੰਦਾ ਤੇ ਅਸਲ ਵਿੱਚ ਇਹ ਹੁੰਦੀ ਕਿਵੇਂ ਆ, ਧਿਆਨ ਦੇਣਾ। ਇਹਦੇ ਸਾਫ਼ ਕਰਨ ਦੇ ਢੰਗ ਤਰੀਕੇ ਕਿਹੜੇ ਨੇ, ਤੇ ਅਸਲ ਵਿੱਚ ਉਹ ਤਰੀਕੇ ਯੋਗ ਨਹੀਂ। ਅਸਲ ਤਰੀਕਾ ਮਨ ਨੂੰ, ਹਿਰਦੇ ਨੂੰ ਸਾਫ਼ ਕਰਨ ਦਾ ਇਹ ਵੇ। ਇਹ ਗੱਲ ਮੇਰੇ ਪਾਤਸ਼ਾਹ ਸਮਝਾ ਰਹੇ ਨੇ। ਮੈਲਾਂ ਵਿੱਚੋਂ ਜਿਹੜੀ ਮੈਲ ਦੀ ਬਹੁਤੀ ਸਖਤ ਪਰਤ ਹੈ ਨਾ, ਉਹ ਹੈ ਹਉਮੈ ਦੀ ਮੈਲ। ਤੁਸੀਂ ਕਹੋਗੇ ਜੀ ਇਹ ਵੱਖਰੀ ਕਿਵੇਂ ਹੈ? ਯਾਦ ਰੱਖਣਾ, ਕੁਛ ਮੈਲਾਂ ਜਿਵੇਂ ਕਿ ਮਾਇਆ ਦੀ ਮੈਲ ਹੈ, ਜਿਹੜੀ ਕਿ ਵੀ ਮੇਰੇ ਕੋਲ ਬਹੁਤ ਪੈਸਾ ਹੈ ਨਾ, ਇਹ ਮੈਲ ਕਈ ਵਾਰੀ ਬੰਦੇ ਦੀ ਝੜ ਜਾਂਦੀ ਹੈ, ਟੁੱਟ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਥੋੜ੍ਹੇ ਯਤਨ ਨਾਲ ਵੀ ਟੁੱਟ ਜਾਂਦੀ ਹੈ। ਕੁਛ ਮੈਂ ਦੁਨੀਆ ਵਿੱਚ ਜਾਣਿਆ ਪਹਿਚਾਣਿਆ ਹਾਂ, ਮੇਰੀ 4 ਲੋਕਾਂ ਵਿੱਚ ਬੱਲੇ ਬੱਲੇ ਹੈ, ਮੇਰੇ ਦੋਸਤ ਮਿੱਤਰ ਬੜੇ ਚੰਗੇ ਨੇ, ਮੇਰਾ ਫਰੈਂਡ ਸਰਕਲ ਬਹੁਤ ਵੱਡਾ ਹੈ। ਇਹ ਮੈਲ ਤੇ ਹੈ, ਪਰ ਇਹ ਪਰਤ ਵੀ ਲੈ ਜਾਂਦੀ ਹੈ। ਸੌਖਿਆਂ ਭਾਵੇਂ ਨਹੀਂ ਲੈਂਦੀ, ਪਰ ਕਿਤੇ ਨਾ ਕਿਤੇ ਜਾ ਕੇ ਲੈ ਜਾਂਦੀ ਹੈ। ਸਮੱਸਿਆ ਕਿੱਥੇ ਆਉਂਦੀ ਹੈ? ਸਮੱਸਿਆ ਉਦੋਂ ਬਣ ਜਾਂਦੀ ਹੈ ਜਦੋਂ ਬੰਦਾ ਆਪਣੇ ਕਰਮ ਦਾ, ਆਪਣੇ ਧਾਰਮਿਕ ਜੀਵਨ ਦਾ ਹੰਕਾਰ ਕਰ ਬੈਠਦਾ। ਹਮ ਬੜ ਕਬ ਕੁਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬਹਿ ਨਾ ਨਾਸੀ। ਇਸੇ ਕਰਕੇ ਹਉਮੈ ਦੀ ਮੈਲ ਜਿਹੜੀ ਹੈ ਬਹੁਤ ਹੀ ਸੂਖਸ਼ਮ ਹੈ, ਅੱਗੇ ਤੋਂ ਅੱਗੇ ਦੀ ਪਰਤ ਹੈ ਜੋ ਛੇਤੀ ਲੱਥਦੀ ਨਹੀਂ। ਉਹ ਹੈ ਆਪਣੇ ਜੀਵਨ ਦਾ ਹੰਕਾਰ, ਆਪਣੇ ਕਰੈਕਟਰ ਦਾ ਹੰਕਾਰ, ਆਖਰ ਧਾਰਮਿਕ ਜੀਵਨ ਦਾ ਹੰਕਾਰ। ਮਾਫ ਕਰਨਾ ਜੇ ਮੈਂ ਇਹ ਗੱਲ ਕਹਿ ਦਿਆਂ ਨਾ, ਕੀਰਤਨੀਆਂ ਵਧੀਆ ਹੋਣਾ ਬੜੀ ਚੰਗੀ ਗੱਲ ਹੈ, ਪਰ ਕਿਤੇ ਨਾ ਕਿਤੇ ਇਹ ਗੱਲ ਮਨ ਵਿੱਚ ਵਸ ਜਾਵੇ ਵੀ ਮੈਂ ਬਹੁਤ ਵਧੀਆ ਕੀਰਤਨੀਆਂ ਹਾਂ, ਇਹ ਮੈਲ ਬੜੀ ਸੂਖਸ਼ਮ ਹੈ ਔਰ ਬੜੀ ਖਤਰਨਾਕ ਹੈ। ਕਥਾ ਕਰਨੀ ਚੰਗੀ ਗੱਲ ਹੈ ਕਿ ਮੇਰੇ ਵਰਗਾ ਕਹਿ ਬੈਠੇ ਮੈਂ ਵਧੀਆ ਕਥਾਕਾਰ ਹਾਂ,
ਇਹ ਮੈਲ ਉਤਾਰਨੀ ਬੜੀ ਔਖੀ ਹੈ। ਬਸ ਇਸੇ ਤਰ੍ਹਾਂ ਸਾਰੀਆਂ ਗੱਲਾਂ ਸਮਝ ਲੈਣੀਆਂ। ਸਤਿਗੁਰੂ ਗਰੀਬ ਨਵਾਜ ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਸਾਨੂੰ ਸਮਝਾਉਂਦੇ ਨੇ ਕਿ ਗੁਰੂ ਪਿਆਰਿਆ, ਆ ਤੈਨੂੰ ਮੈਲ ਸਮਝਾਈਏ ਤੇ ਮੈਲ ਉਤਾਰਨੀ ਸਿਖਾਈਏ। ਆਓ ਇਕਾਗਰ ਚਿੱਤ ਹੋ ਕੇ ਸ਼ਬਦ ਦੀ ਵਿਚਾਰ ਰਲ ਮਿਲ ਕਰਕੇ ਕਰੀਏ। ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਗੂੰਗਿਆਂ ਨੂੰ ਜ਼ਬਾਨ ਤੇ ਗਿਆਨ ਬਖਸ਼ਣ ਵਾਲੇ ਹੋ, ਸਾਡੇ ਤੇ ਵੀ ਰਹਿਮਤ ਕਰਦੇ ਹੋ। ਇੱਕ ਵਾਰੀ ਪਿਆਰ ਨਾਲ ਰਸਨਾ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਦੇ ਰਾਹੀਂ ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। ਜਗ ਹਉਮੈ ਮੈਲ ਦੁਖ ਪਾਇਆ, ਮਲ ਲਾਗੀ ਦੂਜੈ ਭਾਏ। ਕਹਿੰਦੇ ਇਸ ਜਗਤ ਨੂੰ, ਸੰਸਾਰ ਨੂੰ ਹਉਮੈ ਦੀ ਮੈਲ ਲੱਗੀ ਹੈ, ਇਹਦੇ ਵਿੱਚ ਬੜਾ ਦੁੱਖ ਪਾ ਰਿਹਾ। ਔਰ ਮੈਲ ਲੱਗਣ ਦਾ ਕਾਰਨ ਦੂਜੇ ਭਾਏ। ਦੂਜੇ ਤੋਂ ਭਾਵ ਪਰਮਾਤਮਾ ਤੋਂ ਹਟ ਕੇ ਦੂਸਰਾ ਦਵੈਸ਼ ਜੋ ਹੈ, ਉਹ ਦਵੈਸ਼ ਵੱਲ ਝੁਕਾਅ ਹੋ ਜਾਣਾ, ਪ੍ਰੇਮ ਹੋ ਜਾਣਾ, ਇਹ ਮੈਲ ਦਾ ਵੱਡਾ ਕਾਰਨ ਹੈ, ਲੱਗਣ ਦਾ ਕਾਰਨ। ਆਸਾ ਦੀ ਵਾਰ ਦੇ ਅੰਦਰ ਤੁਸੀਂ ਹਰ ਰੋਜ਼ ਸਰਵਣ ਕਰਦੇ ਹੋ ਵੀ ਹਉਮੈ ਹੈ ਕਿਹੋ ਜਿਹੀ ਹੈ ਤੇ ਲੱਗਦੀ ਕਿਵੇਂ ਹੈ। ਮੈਂ ਥੋੜ੍ਹੇ ਸ਼ਬਦਾਂ ਵਿੱਚ ਆਪ ਦੇ ਸਨਮੁਖ ਕਰਦੇ ਹਾਂ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੇ। ਜਾਤੀ ਹੰਕਾਰ, ਕਰਮ ਦਾ ਹੰਕਾਰ, ਮੈਂ ਬੜੇ ਚੰਗੇ ਕਰਮ ਕਰਦਾ, ਧਾਰਮਿਕ ਕਰਮ ਕਰਦਾ ਇਤਿਆਦਿਕ। ਹਉਮੈ ਇਹੀ ਬੰਧਨਾ, ਇਹੀ ਤੇ ਹਉਮੈ ਦਾ ਬੰਧਨ ਹੈ ਜਿਹੜੀ ਮੋੜ ਕੇ ਲਿਜਾਂਦੀ ਕਿੱਥੇ? ਫਿਰ ਜੋਨੀ ਪਾਹੇ। ਅੱਗੇ ਸਵਾਲੀਆ ਪੰਕਤੀ ਹੈ ਜਿਹੜੀ ਸ਼ੁਰੂ ਵਿੱਚ ਵਿਚਾਰਨੀ ਹੁੰਦੀ ਹੈ। ਵੈਸੇ ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ। ਕਿੱਥੋਂ ਪੈਦਾ ਹੁੰਦੀ ਹੈ, ਕਿਹੜਾ ਸੰਜਮ ਰੱਖਿਆ ਇਹ ਹਉਮੈ ਨਾਸ਼ ਹੋ ਸਕਦੀ ਹੈ। ਹਉਮੈ ਦੀਰਘ ਰੋਗ ਹੈ, ਰੋਗ ਬੜਾ ਭਿਆਨਕ ਹੈ। ਪਰ ਨਾਲ ਹੀ ਕਹਿੰਦੇ ਦਾਰੂ ਭੀ ਇਸ ਮਾਹੇ, ਅੰਦਰ ਹੀ ਦਾਰੂ ਵੀ ਛੁਪੀ ਹੈ। ਉਹ ਦਾਰੂ ਕਿਵੇਂ ਛਕਣੀ ਹੈ, ਕਿਵੇਂ ਉਹਨੂੰ ਆਪਣੇ ਕਹਿ ਲਓ ਵੀ ਅਨੁਪਾਨ ਕਰਨਾ, ਉਹਦਾ ਢੰਗ ਵੀ ਸਤਿਗੁਰੂ ਸਮਝਾਉਂਦੇ ਨੇ। ਮੈਂ ਥੋੜ੍ਹੀ ਬੇਨਤੀ ਕਰਦੇ ਹਾਂ। ਸੰਸਾਰ ਦੇ ਅੰਦਰ ਬਹੁਤ ਸਾਰੀਆਂ ਔਸ਼ਧੀਆਂ ਨੇ, ਦਵਾਈਆਂ ਨੇ, ਮੈਡੀਸਨ ਨੇ, ਪਰ ਕੁਛ ਦਵਾਈਆਂ ਜ਼ਹਿਰ ਤੋਂ ਤਿਆਰ ਕੀਤੀਆਂ ਜਾਂਦੀਆਂ, ਭਾਵੇਂ ਉਹ ਐਲੋਪੈਥੀ ਹੋਵੇ, ਆਯੁਰਵੈਦਿਕ ਹੋਵੇ ਜਾਂ ਕੋਈ ਹੋਰ ਪੈਥੀ ਵੀ ਹੋਵੇ। ਸੁਣਿਆ ਹੋਵੇਗਾ ਵੀ ਸੰਖੀਆ ਇੱਕ ਜ਼ਹਿਰ ਹੈ, ਪਰ ਸੰਖੀਏ ਨੂੰ ਭਸਮ ਕਰਕੇ ਮਾਰ ਕੇ, ਧਿਆਨ ਦੇਣਾ, ਉਹਨੂੰ ਕਹਿੰਦੇ ਨੇ ਸੰਖੀਆ ਮਾਰਨਾ। ਉਹਨੂੰ ਮਾਰ ਕੇ ਵੈਦ ਇੱਕ ਔਸ਼ਧੀ ਬਣਾਉਂਦਾ, ਦਵਾਈ ਬਣਾਉਂਦਾ, ਜਿਹੜੀ ਅਨੇਕਾਂ ਰੋਗਾਂ ਨੂੰ ਮੇਟਣ ਵਾਸਤੇ ਅੰਮ੍ਰਿਤ ਸਾਬਤ ਹੁੰਦੀ ਹੈ। ਕੱਚਾ ਪਾਰਾ ਇੱਕ ਜ਼ਹਿਰ ਹੈ, ਮਿਹਦੇ ਵਿੱਚ ਚਲਾ ਜਾਵੇ ਉਮਰ ਭਰ ਲਈ ਰੋਗੀ ਬਣਾ ਦਿੰਦਾ ਹੈ। ਪਰ ਮੇਰੇ ਸਤਿਗੁਰੂ ਕਹਿੰਦੇ ਉਹਦੀ ਵੀ ਔਸ਼ਧੀ ਬਣ ਜਾਂਦੀ ਹੈ। ਕੋਈ ਚੰਗੇ ਵੈਦ ਦੇ ਹੱਥ ਪਾਰਾ ਚੜ੍ਹ ਗਿਆ ਨਾ, ਉਹਦੀ ਵੀ ਔਸ਼ਧੀ ਬਣਾ ਦਿੰਦਾ। ਹੋਰ ਬਹੁਤ ਕੁਝ ਐਸਾ। ਇਸੇ ਤਰ੍ਹਾਂ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹਨ ਨਾ, ਇਹ ਪੰਜ, ਜਿਨ੍ਹਾਂ ਨੂੰ ਬਾਰ-ਬਾਰ ਗੁਰਬਾਣੀ ਵਿੱਚ ਕਿਤੇ ਚੋਰ ਆਖਿਆ, ਕਿਤੇ ਦੁਸ਼ਮਣ ਆਖਿਆ ਤੇ ਕਿਤੇ ਕੁਝ ਹੋਰ ਸ਼ਬਦਾਂ ਵਿੱਚ ਬਿਆਨ ਕਰ ਦਿੱਤਾ ਨਾ, ਤੇ ਇਹਨਾਂ ਨੂੰ ਮਾਰਨ ਦੀ ਗੱਲ ਵੀ ਪਾਤਸ਼ਾਹ ਨੇ ਬਹੁਤ ਥਾਵਾਂ ਤੇ ਕਹੀ ਹੈ। ਮੈਂ ਪ੍ਰਮਾਣਾਂ ਵੱਲ ਜਾਵਾਂ, ਸਮਾਂ ਉੱਪਰ ਚਲਾ ਜਾਂਦਾ, ਮੈਂ ਇਸ ਕਰਕੇ ਸੰਕੋਚਵੀਂ ਗੱਲ ਕਰ ਰਿਹਾ। ਗੁਰਮੁਖ ਪਿਆਰਿਓ, ਜ਼ਹਿਰ ਦਾ ਅੰਮ੍ਰਿਤ ਬਣ ਸਕਦਾ ਹੈ। ਸਤਿਗੁਰੂ ਕਹਿੰਦੇ ਇਹ ਜਿਹੜੇ ਤੈਨੂੰ ਬਖਸ਼ੇ ਨੇ ਨਾ, ਇਹ ਭਾਵੇਂ ਤੇਰੀ ਭਗਤੀ ਵਿੱਚ, ਬੰਦਗੀ ਦੀ ਦੁਨੀਆ ਵਿੱਚ ਜ਼ਹਿਰ ਸਮਾਨ ਨੇ, ਪਰ ਕਿਤੇ ਨਾ ਕਿਤੇ ਇਹਨਾਂ ਦੀ ਲੋੜ ਹੈ। ਤੂੰ ਗੁਰੂ ਵਾਲਾ ਬਣ, ਗੁਰੂ ਤੋਂ ਕੋਈ ਸੰਜਮ ਸਿੱਖ ਲੈ, ਭਾਵ ਇਹਨਾਂ ਦੀ ਵਰਤੋਂ ਸਿੱਖ ਲੈ। ਸੰਜਮ ਕੀ ਹੁੰਦਾ? ਜੇ ਤਾਂ ਚੀਜ਼ ਆਪਾਂ ਲੋੜ ਅਨੁਸਾਰ ਖਾਈਏ ਫਿਰ ਤਾਂ ਉਹ ਅੰਮ੍ਰਿਤ ਹੈ, ਲੋੜ ਤੋਂ ਵੱਧ ਖਾਈਏ ਜ਼ਹਿਰ ਹੈ ਨਾ, ਲੋੜ ਤੋਂ ਵੱਧ ਖਾਈਏ ਰੋਗ ਹੈ ਨਾ। ਇਸੇ ਤਰ੍ਹਾਂ ਕਹਿੰਦੇ ਇਹਨਾਂ ਦਾ ਸੰਜਮ ਸਿੱਖ ਲੈ। ਕਾਮ ਦੀ ਜ਼ਿੰਦਗੀ ਵਿੱਚ ਬੜੀ ਲੋੜ ਹੈ, ਇਹ ਤੋਂ ਸੰਸਾਰ ਚੱਲਦਾ, ਪਰ ਇਹਦੀ ਜਿਹੜੀ, ਮਾਫ ਕਰਨਾ ਗੁਰਮੁਖ ਪਿਆਰਿਓ, ਜੇ ਕਾਮ ਕਾਬੂ ਤੋਂ ਬਾਹਰ ਚਲਾ ਗਿਆ ਫਿਰ ਬਲਾਤਕਾਰ ਪੈਦਾ ਹੋ ਜਾਂਦੇ ਨੇ।
ਕ੍ਰੋਧ ਦੀ ਜ਼ਿੰਦਗੀ ਵਿੱਚ ਲੋੜ ਹੈ, ਕਿਉਂਕਿ ਵੀਰ ਰਸ ਚਾਹੀਦਾ ਹੈ, ਸਵੈ ਮਨ ਚਾਹੀਦੇ ਨੇ। ਪਰ ਜਦੋਂ ਕ੍ਰੋਧ ਆਪੇ ਤੋਂ ਬਾਹਰ ਹੋ ਗਿਆ ਫਿਰ ਕਤਲ ਹੋ ਜਾਂਦੇ ਨੇ। ਇਸੇ ਤਰ੍ਹਾਂ ਲੋਭ ਦੀ ਲੋੜ ਹੈ। ਲੋਭੀ ਬੰਦਾ ਜਿਹੜਾ ਹੈ ਨਾ, ਮੂਲ ਰੂਪ ਦੇ ਵਿੱਚ ਜਿਹੜਾ ਮੁੱਢਲਾ ਰੂਪ ਹੈ ਇਹਦਾ, ਉਹ ਕਿਰਤ ਨੂੰ ਜਨਮ ਦਿੰਦਾ। ਲੋਭ, ਜੇ ਲੋਭ ਨਾ ਹੋਵੇ ਕਿਰਤ ਨਹੀਂ ਕੋਈ ਕਰੇਗਾ। ਕਿਰਤ ਨਾਲ ਜੋੜਦਾ ਲੋਭ, ਪਰ ਜਦੋਂ ਓਵਰ ਚਲਾ ਗਿਆ, ਬਾਹਰ ਚਲਾ ਗਿਆ ਨਾ, ਜਿਵੇਂ ਕਹੀਏ ਵੀ ਪਾਣੀ ਚਾਹੀਦਾ ਪਰ ਫਲੱਡ ਨਹੀਂ ਚਾਹੀਦਾ, ਹੜ੍ਹ ਨਹੀਂ ਚਾਹੀਦਾ, ਥੋੜ੍ਹੀਆਂ ਘੁੱਟਾਂ ਦੀ ਲੋੜ ਹੈ ਜਾਂ ਥੋੜ੍ਹੇ ਲੀਟਰਾਂ ਦੀ ਲੋੜ ਹੈ। ਅੱਗ ਚਾਹੀਦੀ ਹੈ ਰਸੋਈ ਵਿੱਚ, ਪਰ ਬੇਕਾਬੂ ਹੋ ਕੇ ਤਬਾਹੀ ਨਹੀਂ ਚਾਹੀਦੀ। ਕਾਮ ਚਾਹੀਦਾ ਲਿਮਟ ਵਿੱਚ, ਕ੍ਰੋਧ ਚਾਹੀਦਾ ਲਿਮਟ 'ਚ, ਲੋਭ ਚਾਹੀਦਾ ਲਿਮਟ ਵਿੱਚ, ਕਿਸੇ ਦਾਇਰੇ ਵਿੱਚ, ਮੋਹ ਚਾਹੀਦਾ ਦਾਇਰੇ ਵਿੱਚ, ਕਿਉਂਕਿ ਬੱਚਿਆਂ ਦੀ ਪਾਲਣਾ ਪੋਸ਼ਣਾ ਮੋਹ ਹੀ ਕਰਵਾ ਸਕਦਾ ਹੈ। ਪਰ ਕਿਤੇ ਨਾ ਕਿਤੇ ਮੋਹ ਹੱਦਾਂ ਟੱਪ ਜਾਂਦਾ ਹੈ, ਲਿਮਟ ਤੋਂ ਬਾਹਰ ਚਲਾ ਜਾਂਦਾ, ਫਿਰ ਕਹਿੰਦਾ ਸਭ ਕੁਝ ਮੇਰੇ ਪੁੱਤ ਕੋਲ ਹੋਵੇ, ਦੁਨੀਆ ਤੋਂ ਅਮੀਰ ਮੇਰਾ ਪੁੱਤ ਹੋਵੇ, ਵੱਡੇ ਤੋਂ ਵੱਡਾ ਰੁਤਬਾ ਮੇਰੇ ਪੁੱਤਰ ਕੋਲ ਹੋਵੇ, ਇਹ ਮੋਹ ਹੈ। ਇਸ ਲਈ ਇਸੇ ਤਰ੍ਹਾਂ ਹੰਕਾਰ ਹੈ। ਹੰਕਾਰ ਚਾਹੀਦਾ ਇੱਕ ਲਿਮਟ ਵਿੱਚ, ਉਹ ਹੈ ਸਵੈ ਮਾਨ। ਮੈਨੂੰ ਸਿੱਖ ਹੋਣ ਤੇ ਮਾਣ ਹੈ, ਆਈ ਪ੍ਰਾਊਡ ਟੂ ਬੀ ਏ ਸਿੱਖ। ਇਹ ਵੀ ਤੇ ਹੰਕਾਰ ਹੀ ਹੈ ਨਾ। ਪਰ ਹੰਕਾਰ ਦਾ ਸ਼ੁੱਧ ਰੂਪ ਉਹ ਰੂਪ ਜਿਹੜਾ ਰੂਪ ਵੈਦ ਨੇ ਸੰਖੀਏ ਦਾ ਬਣਾ ਦਿੱਤਾ ਹੈ, ਜਿਹੜੀ ਔਸ਼ਧੀ ਵੈਦ ਨੇ ਪਾਰੇ ਦੀ ਬਣਾ ਦਿੱਤੀ ਹੈ। ਜਦੋਂ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਵਿੱਚ, ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਵਾਲੇ ਬਣ ਕੇ ਕਰਦੇ ਆ ਨਾ, ਜੀਵਨ ਕਮਾਉਣੇ ਆ, ਉਦੋਂ ਫਿਰ ਇਹ ਪੰਜੇ ਹੀ ਔਸ਼ਧੀ ਰੂਪ ਹੋ ਨਿਬੜਦੇ ਨੇ। ਆਸਾ ਦੀ ਵਾਰ ਵਿੱਚ ਜਿਹੜੀ ਸ਼ਬਦ ਆਪਾਂ ਲਿਆ, ਉਹਦੇ ਵਿੱਚ ਮੈਂ ਅੱਗੇ ਕਹਿ ਦਿਆਂ, ਪਾਤਸ਼ਾਹ ਕਹਿੰਦੇ ਤੂੰ ਸੰਜਮ ਵਿੱਚ ਆ ਜਾ, ਕ੍ਰੋਧ ਨੂੰ ਸੰਜਮ ਨਾਲ ਵਰਤ ਲੈ, ਮੋਹ ਨੂੰ ਸੰਜਮ ਨਾਲ ਵਰਤ ਲੈ, ਲਿਮਟ ਨਾਲ ਵਰਤ ਲੈ, ਤੇ ਇਸੇ ਤਰ੍ਹਾਂ ਹੰਕਾਰ ਨੂੰ ਸੰਜਮ ਵਿੱਚ ਰੱਖ ਲੈ, ਫਿਰ ਤੇਰੇ ਇਹ ਹੰਕਾਰ ਵੀ ਸਫਲਾ ਹੋ ਜਾਣਾ ਹੈ। ਗੁਰਦੇਵ ਕਹਿੰਦੇ ਨਾਨਕ ਕਹੈ ਸੁਣੋ ਜਨੋ, ਇਤ ਸੰਜਮ ਦੁੱਖ ਜਾਏ। ਇਹ ਸੰਜਮ ਤੈਨੂੰ ਰੱਖਣਾ ਆ ਗਿਆ ਨਾ, ਤੇਰੀ ਜ਼ਿੰਦਗੀ ਦਾ ਹਉਮੈ ਦਾ ਜਾਂ ਵਿਕਾਰਾਂ ਦਾ ਦੁੱਖ ਹੀ ਖਤਮ ਹੋ ਜਾਣਾ ਹੈ। ਆਓ ਇਹੀ ਭਾਵ, ਇਹੀ ਵਿਚਾਰ ਮੇਰੇ ਪਾਤਸ਼ਾਹ ਨੇ ਅੱਜ ਦੇ ਸ਼ਬਦ ਵਿੱਚ ਰੱਖੀ ਹੈ। ਇੱਕ ਪੱਖ ਛੋਟਾ ਜਿਹਾ ਨਾਲ ਦੀ ਨਾਲ ਸਾਂਝਾ ਕਰ ਲਵਾਂਗੇ, ਇਕਾਗਰਤਾ ਸਹਿਤ ਆਪਾਂ ਵਿਚਾਰੀਏ। ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਜਗ ਹਉਮੈ ਮੈਲ ਦੁਖ ਪਾਇਆ, ਮਲ ਲਾਗੀ ਦੂਜੈ ਭਾਏ। ਜਗਤ ਇਸ ਹਉਮੈ ਦੀ ਮੈਲ ਨਾਲ ਬੜਾ ਦੁਖੀ ਹੋ ਰਿਹਾ ਹੈ, ਦਵੈਸ਼ ਭਾਵ ਵਿੱਚ ਇਹ ਮੈਲ ਲੱਗ ਰਹੀ ਹੈ। ਮਲ ਹਉਮੈ ਧੋਤੀ ਕਿਵੈ ਨਾ ਉਤਰੈ, ਜੇ 100 ਤੀਰਥ ਨਹਾਏ। ਮਨੁੱਖ ਮੈਲ ਨੂੰ ਸਾਫ਼ ਕਰਨ ਵਾਸਤੇ ਸੋਚਦਾ ਵਿਚਾਰਦਾ ਹੈ। ਖਾਸ ਕਰਕੇ ਭਾਰਤੀ ਕਲਚਰ ਵਿੱਚ ਇਹ ਖਿਆਲ ਹੈ ਬਈ ਤੀਰਥਾਂ ਦੇ ਨਹਾਉਣ ਨਾਲ ਮੈਲ ਖਤਮ ਹੋ ਜਾਂਦੀ ਹੈ, ਉਤਰ ਜਾਂਦੀ ਹੈ। ਕਿਤੇ ਨਾ ਕਿਤੇ ਆਪਣੇ ਧਾਰਮਿਕ ਕੇਂਦਰਾਂ 'ਤੇ ਜਾ ਕੇ ਮਨੁੱਖ ਸੋਚਦਾ ਵੀ ਇੱਕ ਵਾਰੀ ਗਏ ਤੇ ਉੱਥੇ ਜਾ ਕੇ ਬਸ ਮੈਲ ਉਤਾਰ ਆਂਦੀ। ਗੁਰਦੇਵ ਕਹਿੰਦੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇੱਕ ਭਾ ਲੱਥੀ ਨਹਾਤਿਆਂ ਦੋ, ਭਾ ਚੜੀਅਸ ਹੋਰ, ਬਾਹਰ ਧੋਤੀ ਤੋਮੜੀ ਅੰਦਰ ਵਿਸ ਨਕੋਰ। ਸਾਧ ਭਲੇ ਅਣ ਨਹਾਤਿਆਂ, ਚੋਰ ਸੇ ਚੋਰਾ ਚੋਰ। ਇਸ ਲਈ ਇਹ ਢੰਗ ਬਹੁਤਾ ਵਧੀਆ ਨਹੀਂ ਹੈ, ਇਹਦੇ ਨਾਲ ਉਤਰਦੀ ਨਹੀਂ, ਬਲਕਿ ਇੱਕ ਵਾਧਾ ਹੋ ਜਾਂਦਾ ਹਉਮੈ ਵਿੱਚ ਵੀ ਮੈਂ ਇੰਨੇ ਤੀਰਥਾਂ 'ਤੇ ਜਾ ਆਇਆ, ਇੰਨੇ ਸਥਾਨਾਂ 'ਤੇ ਜਾ ਆਇਆ, ਗਿਣਤੀ ਕਰੀ ਜਾਂਦਾ ਬੰਦਾ। ਹੰਕਾਰ ਵਿੱਚ ਜਿਵੇਂ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਬਲ ਭੁਅੰਗਮ ਸਾਧੇ, ਪੰਜ ਜਨਾਂ ਸਿਓ ਸੰਗ ਨਾ ਛੁਟਕਿਓ, ਅਦਕ ਅਹਮ ਬੁੱਧ ਬਾਧੇ। ਹੋਰ ਹੰਕਾਰ ਵਧਾ ਜਾਂਦੇ ਨੇ। ਇਹ ਜਿਹੜੀ ਕਰਮ ਫਿਲਾਸਫੀ ਹੈ, ਕਰਮ ਦੇ ਢੰਗ ਨੇ, ਹਾਂ ਕਰਮ ਚਾਹੀਦਾ। ਜਿਵੇਂ ਇੱਕ ਛੋਟੇ ਜਿਹੇ ਬੱਚੇ ਨੂੰ ਕੁਝ ਸਿਖਾਉਣਾ ਹੈ, ਉਹਨੂੰ ਪ੍ਰੈਕਟੀਕਲੀ ਸਮਝਾਉਣਾ ਪੈਂਦਾ। ਅੱਜ ਕੱਲ੍ਹ ਦੇ ਸਕੂਲਾਂ ਦੇ ਵਿੱਚ ਪੜ੍ਹਾਈ ਦੇ ਢੰਗ ਵੀ ਐਸੇ ਆ ਗਏ ਵੀ ਪ੍ਰੈਕਟੀਕਲੀ ਵਿੱਦਿਆ ਪੜ੍ਹਾਈ ਜਾਂਦੀ ਹੈ। ਇਸ ਲਈ ਬੱਚੇ ਨੂੰ ਕੁਝ ਸਿਖਾਉਣ ਵਾਸਤੇ ਕਰਮ ਚਾਹੀਦਾ ਹੈ। ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਹ ਕਰਮ ਵਿਨਾਸ਼। ਸ਼ੁਰੂਆਤ ਵਿੱਚ ਇਹਦੀ ਲੋੜ ਹੁੰਦੀ ਹੈ, ਪਰ ਅਸਲ ਵਿੱਚ ਇਹ ਸੁਰਤ ਦਾ ਮਾਰਗ ਹੈ, ਕਰਮ ਫਿਲਾਸਫੀ। ਪਰ ਲੋਕ ਤੱਕ ਤੇਰੀ ਸਹਾਇਕ ਨਹੀਂ ਹੋ ਸਕਦੀ। ਇਸ ਲਈ ਗੁਰਦੇਵ ਕਹਿੰਦੇ ਨੇ ਮਨੁੱਖ ਨੂੰ ਭੁਲੇਖਾ ਪੈ ਜਾਂਦਾ ਹੈ, ਪਰ ਤੀਰਥਾਂ ਆਦਿਕ ਤੇ ਨਹਾਉਣ ਦੇ ਨਾਲ ਮਨ ਦੀ ਮੈਲ ਨਹੀਂ ਜਾਂਦੀ ਹੈ। ਬਹੁ ਬਿਦ ਕਰਮ ਕਮਾਵਦੇ, ਦੂਣੀ ਮਲ ਲਾਗੀ ਆਏ। ਇਸ ਤਰ੍ਹਾਂ ਦੇ ਕਰਮ ਲੋਕ ਕਮਾਉਂਦੇ ਬਹੁਤ ਨੇ। ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀਂ।
ਕਮਾਉਣ ਵਾਲੇ ਬਹੁਤ ਨੇ, ਕਮਾ ਰਹੇ ਨੇ, ਪਰ ਫਿਰ ਵੀ ਇਹ ਦਵੈਸ਼ ਦੀ ਮੈਲ, ਦੁਬਦਾ ਦੀ ਮੈਲ, ਦੁਬਦਾ ਦੇ ਸੌਖੇ ਅਰਥ ਕਰਨੇ ਉਹਨਾਂ ਦੋ ਵਿਧੀਆਂ ਤੋਂ ਭਾਵ ਹੈ ਕਈ ਵਾਰੀ ਮਨ ਇੱਧਰ ਨੂੰ ਜਾਂਦਾ ਤੇ ਕਈ ਵਾਰੀ ਇੱਧਰ ਨੂੰ ਜਾਂਦਾ, ਸੱਜੇ ਖੱਬੇ ਇਹ ਘੁੰਮ ਰਿਹਾ ਵੀ ਆਹ ਫੈਸਲਾ ਲਵਾਂ ਜਾਂ ਆਹ ਲਵਾਂ, ਇਹ ਦੁਬਦਾ ਹੁੰਦੀ ਹੈ। ਜਦੋਂ ਕਿਸੇ ਡਿਸੀਜਨ ਤੇ ਨਹੀਂ ਪਹੁੰਚ ਪਾਉਂਦਾ ਤੇ ਕਈ ਵਾਰੀ ਆਪਣੇ ਸੱਜਣ ਮਿੱਤਰ ਨੂੰ ਕਹਿੰਦਾ ਵੀ ਮੈਂ ਦੁਬਦਾ 'ਚ ਫਸ ਗਿਆ, ਤੂੰ ਮੈਨੂੰ ਸਲਾਹ ਦੇ, ਰਾਏ ਦੇ, ਇਹ ਦੁਬਦਾ 'ਚੋਂ ਕੱਢ। ਇਸੇ ਤਰ੍ਹਾਂ ਮਨੁੱਖ ਦਾ ਮਨ ਦੁਬਦਾ ਵਿੱਚ ਇਸ ਤਰ੍ਹਾਂ ਫਸਿਆ ਹੋਇਆ, ਇਹਨੂੰ ਕਈ ਵਾਰੀ ਭੁਲੇਖਾ ਪੈਂਦਾ ਵੀ ਰੱਬ ਹੈ ਕਿ ਨਹੀਂ ਹੈ। ਇਹ ਸਭ ਤੋਂ ਵੱਡੀ ਦੁਬਦਾ ਹੈ। ਇਸੇ ਨੇ ਸੰਸਾਰ ਦਾ ਕਾਫੀ ਹਿੱਸਾ ਨਾਸਤਿਕ ਬਣਾਇਆ ਹੋਇਆ ਹੈ, ਕਈ ਦੇਸ਼ ਨਾਸਤਿਕ ਬਣਾ ਦਿੱਤੇ ਨੇ। ਇਹ ਜਿਹੜੀ ਦੁਬਦਾ ਹੈ, ਇਹ ਦਵੈਸ਼ਪਣਾ ਹੈ। ਗੁਰਮੁਖ ਪਿਆਰਿਓ, ਪਾਤਸ਼ਾਹ ਕਹਿੰਦੇ ਇਹਦੇ ਵਿੱਚੋਂ ਨਿਕਲਣਾ ਬੜਾ ਔਖਾ ਹੈ। ਇਹ ਮੈਲ ਇਸ ਤਰ੍ਹਾਂ ਨਹੀਂ ਉਤਰਦੀ। ਪੜਿਐ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਮੰਤਰਾਂ ਆਦਿਕ ਦਾ ਪਠਨ ਕਰਨਾ, ਗ੍ਰੰਥਾਂ ਦਾ ਅਧਿਐਨ ਕਰ ਲੈਣਾ ਬੜੀ ਚੰਗੀ ਗੱਲ ਹੁੰਦੀ ਹੈ। ਵਿਦਿਆ ਪੜ੍ਹਨੀ ਬਹੁਤ ਚੰਗੀ ਗੱਲ ਹੈ, ਪਰ ਕਈ ਵਾਰੀ ਪਤਾ ਕੀ ਹੁੰਦਾ, ਜਿਵੇਂ ਅਸੀਂ ਕੋਈ ਰੋਗੀ ਹੈ, ਦਵਾਈ ਖਾਂਦਾ ਤੇ ਹੈ ਇਲਾਜ ਵਾਸਤੇ, ਪਰ ਕਈ ਵਾਰੀ ਮੈਡੀਸਨ ਕੋਈ ਇੰਜੈਕਸ਼ਨ ਰਿਐਕਸ਼ਨ ਵੀ ਕਰ ਜਾਂਦਾ, ਫਿਰ ਰੋਗ ਵਿੱਚ ਉਲਟਾ ਵਾਧਾ ਹੋ ਜਾਂਦਾ। ਇਸੇ ਤਰ੍ਹਾਂ ਵਿਦਿਆ ਜਿਹੜੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਜੇ ਵਿਦਿਆ ਵਿਚਾਰੀ ਹੈ ਨਾ ਫਿਰ ਪਰਉਪਕਾਰੀ ਬਣ ਜਾ। ਇਹਨੂੰ ਪਰਉਪਕਾਰ ਵਾਸਤੇ ਵਰਤ। ਜਿਵੇਂ ਡਾਕਟਰ ਔਰ ਉਸ ਸਾਇੰਟਿਸਟ ਵਿੱਚ ਫਰਕ ਹੈ, ਇੱਕ ਨੇ ਪਰਮਾਣੂ ਬੰਬ ਬਣਾਇਆ ਦੁਨੀਆ ਦੇ ਵਿਨਾਸ਼ ਵਾਸਤੇ, ਦੂਜੇ ਪਾਸੇ ਡਾਕਟਰ ਦੀ ਵਿਦਿਆ ਦੁਨੀਆ ਦੇ ਭਲੇ ਵਾਸਤੇ, ਬਸ ਇਹੀ ਫਰਕ ਹੈ। ਕਹਿੰਦੇ ਵਿਦਿਆ ਨੂੰ ਪਰਉਪਕਾਰ ਵਾਸਤੇ ਵਰਤ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜੇ ਫਿਰ ਇਸ ਤਰ੍ਹਾਂ ਪੜ੍ਹ ਕੇ ਵਰਤੇਗਾ ਨਾ, ਪੜ੍ਹ ਪੜ੍ਹ ਪਾਵੈ ਹੈ ਮਾਨ, ਫਿਰ ਤੇਰਾ ਲੋਕ ਪਰਲੋਕ ਵਿੱਚ ਸਨਮਾਨ ਹੈ। ਤੇ ਗੁਰਦੇਵ ਕਹਿੰਦੇ ਵਿਦਿਆ ਪੜ੍ਹ ਕੇ ਵੀ ਹੰਕਾਰ ਹੀ ਵੱਧ ਹੈ। ਕਈ ਵਾਰੀ ਹੰਕਾਰ ਇੰਨਾ ਵੱਧ ਜਾਂਦਾ ਦਵਾਈ ਦੇ ਰਿਐਕਸ਼ਨ ਵਾਂਗ। ਮਨ ਮੇਰੇ ਗੁਰ ਸਰਣ ਆਵੈ, ਤਾਂ ਨਿਰਮਲ ਹੋਏ। ਅੱਗੇ ਰਹੋ ਵਾਲੀ ਪੰਕਤੀ ਦੁਆਰਾ ਸਮਝਾਉਂਦੇ ਨੇ ਵੀ ਐ ਮੇਰੇ ਮਨਾ, ਮਨ ਨੂੰ ਸੰਬੋਧਨ ਕਰਕੇ ਸੰਸਾਰ ਨੂੰ ਉਪਦੇਸ਼, ਐ ਮੇਰੇ ਮਨਾ ਇੱਕ ਢੰਗ ਤੈਨੂੰ ਦੱਸਦੇ ਆ, ਗੁਰ ਸਰਣੀ ਆਵੈ, ਗੁਰੂ ਦੀ ਸ਼ਰਨ ਵਿੱਚ ਆ ਜਾ, ਗੁਰੂ ਵਾਲਾ ਬਣ ਜਾ। ਸਤਿਗੁਰ ਆਗੈ ਸੀਸ ਭੇਟ ਦਿਓ, ਆਪਣਾ ਆਪ ਨਿਸ਼ਾਵਰ ਕਰਦੇ, ਭੇਟ ਕਰਦੇ, ਅੰਮ੍ਰਿਤ ਪਾਨ ਕਰਕੇ ਗੁਰੂ ਵਾਲਾ ਹੋ ਕੇ ਆਪਣੀ ਜ਼ਿੰਦਗੀ ਗੁਰੂ ਲੇਖੇ ਲਾ ਕੇ ਗੁਰੂ ਨੂੰ ਸਮਰਪਿਤ ਕਰਕੇ ਜਿਉਣਾ ਸ਼ੁਰੂ ਕਰ ਦੇ। ਇਸ ਤਰ੍ਹਾਂ ਗੁਰੂ ਦੀ ਸ਼ਰਨ ਵਿੱਚ ਆ ਜਾ, ਫਿਰ ਇਹ ਮੈਲ ਉਤਰ ਜਾਂਦੀ ਹੈ। ਮਨਮੁਖ ਹਰ ਹਰ ਕਰ ਥਕੇ, ਮੈਲ ਨਾ ਸਕੀ ਧੋਏ। ਬੜੀ ਕਮਾਲ ਦੀ ਗੱਲ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਹਰ ਹਰ, ਰੱਬ ਰੱਬ ਤਾਂ ਮਨਮੁਖ ਵੀ ਕਰਦਾ। ਧਿਆਨ ਦੇਣਾ, ਗੁਰਮੁਖ ਉਹ ਹੈ ਜੋ ਗੁਰੂ ਨੂੰ ਮੁੱਖ ਰੱਖ ਕੇ ਜ਼ਿੰਦਗੀ ਜਿਉਂਦਾ, ਗੁਰੂ ਵਾਲਾ ਬਣ ਕੇ ਜਿਉਂਦਾ। ਮਨਮੁਖ ਜਿਹੜਾ ਮਨ ਦੇ ਪਿੱਛੇ ਲੱਗ ਕੇ ਚੱਲ ਰਿਹਾ, ਰੱਬ ਰੱਬ ਤੇ ਮਨਮੁਖ ਵੀ ਕਰੀ ਜਾਂਦਾ ਹੈ, ਪਰ ਉਹਦਾ ਜਿਹੜਾ ਰੱਬ ਰੱਬ ਕਰਨਾ ਹੈ ਨਾ, ਉਹ ਕਦੇ ਵੀ ਹਿਰਦੇ ਨੂੰ ਸ਼ੁੱਧ ਨਹੀਂ ਕਰ ਪਾਉਂਦਾ ਹੈ। ਉਹ ਮੈਲ ਨਹੀਂ ਧੋ ਸਕਦਾ ਇਸ ਤਰ੍ਹਾਂ, ਕਿਉਂਕਿ ਗੁਰੂ ਦੀ ਕਿਰਪਾ ਨਾਲ ਨਹੀਂ ਵਰਤੀ ਹੈ। ਰਹਾਉ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਮਨ ਮੈਲੈ ਭਗਤ ਨਾ ਹੋਵਈ, ਨਾਮ ਨਾ ਪਾਇਆ ਜਾਏ। ਇਹ ਇੱਕ ਵੱਡੀ ਸਮੱਸਿਆ ਹੈ। ਜਿੰਨਾ ਚਿਰ ਹਉਮੈ ਦੀ ਮੈਲ ਅੰਦਰ ਹੈ ਨਾ, ਉਹਨਾਂ ਚਿਰ ਭਗਤੀ ਨਹੀਂ ਹੋ ਸਕਦੀ। ਕਿਉਂ ਨਹੀਂ ਹੋ ਸਕਦੀ? ਵਿਰੋਧ ਆਪਸ ਵਿੱਚ। ਜਿਨ੍ਹਾਂ ਚੀਜ਼ਾਂ ਦਾ ਵਿਰੋਧ ਹੋਵੇ ਨਾ, ਇਕੱਠੀਆਂ ਨਹੀਂ ਹੋਇਆ ਕਰਦੀਆਂ। ਗਰਮੀ ਸਰਦੀ ਵਿਰੋਧੀ ਨੇ, ਇਕੱਠੀਆਂ ਨਹੀਂ ਹੁੰਦੀਆਂ। ਤੁਸੀਂ ਕਦੇ ਨਹੀਂ ਜ਼ਿੰਦਗੀ 'ਚ ਕਿਹਾ ਹੋਣਾ ਵੀ ਠੰਡ ਵੀ ਬੜੀ ਲੱਗਦੀ ਹੈ ਤੇ ਪਸੀਨਾ ਵੀ ਬੜਾ ਆ ਰਿਹਾ, ਕਿਉਂਕਿ ਵਿਰੋਧੀ ਨੇ, ਇਕੱਠੇ ਨਹੀਂ ਹੁੰਦੇ। ਰੋਸ਼ਨੀ ਹਨੇਰਾ ਇਕੱਠੇ ਨਹੀਂ ਹੁੰਦੇ ਇੱਕ ਸਮੇਂ, ਜਾਂ ਹਨੇਰਾ ਜਾਂ ਫਿਰ ਰੋਸ਼ਨੀ ਹੈ। ਕਦੇ ਨਹੀਂ ਤੁਸੀਂ ਕਿਹਾ ਵੀ ਹਨੇਰਾ ਵੀ ਬੜਾ ਸੰਘਣਾ ਹੈ ਤੇ ਰੋਸ਼ਨੀ ਵੀ ਬੜੀ ਤੇਜ਼ ਹੈ, ਕਿਉਂਕਿ ਇਕੱਠੇ ਹੋ ਹੀ ਨਹੀਂ ਸਕਦੇ। ਸੁਭਾਅ ਵਿਰੋਧੀ ਨੇ। ਐਸੇ ਤਰ੍ਹਾਂ ਗੁਰਦੇਵ ਕਹਿੰਦੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸ ਹੈ ਇੱਕ ਠਾਏ। ਇੱਕ ਥਾਂ ਵਸ ਹੀ ਨਹੀਂ ਸਕਦੇ। ਇੱਕ ਹਿਰਦੇ ਵਿੱਚ ਹਉਮੈ ਤੇ ਨਾਮ ਇਕੱਠੇ ਨਹੀਂ ਹੋ ਸਕਦੇ ਹਨ। ਇਸ ਲਈ ਜਿੰਨਾ ਚਿਰ ਮਨ ਵਿੱਚ ਹਉਮੈ ਦੀ ਮੈਲ ਹੈ ਤੇ ਆਦਿਕ, ਉਹਨਾਂ ਚਿਰ ਇਹਦੇ ਅੰਦਰ ਨਾਮ ਨਹੀਂ ਵਸਦਾ ਹੈ। ਮਨਮੁਖ ਮੈਲੇ ਮੈਲੇ ਮੋਏ, ਜਾਸਨ ਪਤ ਗਵਾਏ। ਮਨਮੁਖ ਜਿਹੜਾ ਗੁਰੂ ਤੋਂ ਦੂਰ ਰਹਿਣ ਵਾਲਾ, ਵਿਚਾਰ ਕਰਕੇ ਸੁਭਾਅ ਕਰਕੇ ਨਾ,
ਉਹ ਮੈਲਾ ਤੇ ਹੈ ਹੀ, ਅੰਦਰੋਂ ਤੇ ਮੈਲ ਹੈ ਹੀ ਹੈ, ਤੇ ਉਹ ਮੈਲ ਧੋਣ ਦਾ ਯਤਨ ਵੀ ਨਹੀਂ ਕਰਦਾ। ਸਾਰੀ ਜ਼ਿੰਦਗੀ ਇਸੇ ਤਰ੍ਹਾਂ ਲੰਘ ਜਾਂਦੀ, ਆਖਰ ਨੂੰ ਮੈਲ ਲੈ ਕੇ ਹੀ ਮਰ ਜਾਂਦਾ ਹੈ, ਮੈਲ ਲੈ ਕੇ ਹੀ ਅਗਲੀਆਂ ਜੂਨਾਂ ਦਾ ਭ੍ਰਮਣ ਕਰਦਾ ਹੈ। ਸੋ ਇਸ ਕਰਕੇ ਉਹਦੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ। ਗੁਰ ਪ੍ਰਸਾਦੀ ਮਨ ਵਸੈ, ਮਲ ਹਉਮੈ ਜਾਈ ਸਮਾਈ। ਕਿਤੇ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਜ਼ਿੰਦਗੀ ਵਿੱਚ ਵਰਤ ਜਾਵੇ ਨਾ, ਫਿਰ ਇਹ ਨਾਮ ਮਨ ਵਿੱਚ ਵਸ ਜਾਂਦਾ ਹੈ। ਵਾਹਿਗੁਰੂ 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 ਵਾਹਿਗੁਰੂ। ਜਦੋਂ ਇਸ ਤਰ੍ਹਾਂ ਪਰਮੇਸ਼ਰ ਦਾ ਪ੍ਰੇਮ ਨਾਮ ਹਿਰਦੇ ਵਿੱਚ ਵਸ ਗਿਆ, ਫਿਰ ਹਉਮੈ ਦੀ ਮੈਲ ਲੱਥ ਜਾਂਦੀ ਹੈ। ਜਿਉ ਅੰਧੇਰੈ ਦੀਪਕ ਬਾਲੀਐ, ਤਿਉ ਗੁਰ ਗਿਆਨ ਅਗਿਆਨ ਤਜਾਈ। ਜਿਵੇਂ ਹਨੇਰੇ ਵਿੱਚ ਰੋਸ਼ਨੀ ਕਰਦਿਆਂ ਸਾਰ, ਬੱਲਬ ਟਿਊਬ ਦੀਵਾ ਜਗਾਉਂਦਿਆਂ ਸਾਰ ਹਨੇਰਾ ਦੂਰ ਹੁੰਦਾ ਨਾ, ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਗਿਆਨ ਪ੍ਰਕਾਸ਼ ਹੈ ਨਾ, ਜਿਹੜਾ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਬਸੈ ਮਨ ਆਏ। ਉਹ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਿਆਂ ਸਾਰ ਅਗਿਆਨਤਾ ਭਰਮ ਦੂਰ ਹੋ ਜਾਂਦੇ ਹਨ। ਹਮ ਕੀਆ ਹਮ ਕਰਹਾਗੇ, ਹਮ ਮੂਰਖ ਗਾਵਾਰ। ਪਾਤਸ਼ਾਹ ਆਪਣੇ ਆਪ ਤੇ ਢੁਕਾ ਕੇ ਕਹਿੰਦੇ ਨੇ, ਵੈਸੇ ਸਮਝਾਉਂਦੇ ਨੇ ਮਨੁੱਖ ਨੂੰ। ਤੇ ਗੁਰਮੁਖ ਪਿਆਰਿਓ, ਜਿੰਨਾ ਚਿਰ ਮਨੁੱਖ ਇਹ ਕਹਿੰਦਾ ਨਾ ਮੈਂ ਕੁਛ ਕਰਦਾ, ਮਾਫ ਕਰਨਾ, ਜਦੋਂ ਇਹ ਕਹਿੰਦਾ ਮੈਂ ਇੰਨਾ ਨਿਤਨੇਮ ਕਰਦਾ, ਇੰਨੀ ਸੇਵਾ ਕਰਦਾ, ਜਿੰਨਾ ਚਿਰ ਮਨ ਵਿੱਚ ਇਹ ਹੈ, ਪਾਤਸ਼ਾਹ ਕਹਿੰਦੇ ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਸੋ ਇਸ ਤਰ੍ਹਾਂ ਹਮ ਕੀਆ ਹਮ ਕਰਾਂਗੇ, ਤੇ ਗੁਰਦੇਵ ਕਹਿੰਦੇ ਨੇ ਉਹਨਾਂ ਚਿਰ ਹਉਮੈ ਦੀ ਮੈਲ ਹੀ ਹੈ ਸਾਰੀ। ਕਰਨੈ ਵਾਲਾ ਵਿਸਰਿਆ, ਦੂਜੈ ਭਾਏ ਪਿਆਰੋ। ਸੋ ਜਦੋਂ ਦੂਜੇ ਨਾਲ ਮਾਇਆ ਨਾਲ ਪਿਆਰ ਲੱਗ ਗਿਆ ਨਾ, ਉਹਨਾਂ ਚਿਰ ਕਰਨ ਵਾਲਾ ਕਰਤਾ ਪਰਮੇਸ਼ਰ ਵਾਹਿਗੁਰੂ, ਜੋ ਸਾਰੀਆਂ ਬਖਸ਼ਿਸ਼ਾਂ ਕਰਨ ਵਾਲਾ, ਸਾਰੀਆਂ ਰਹਿਮਤਾਂ ਕਰਨ ਵਾਲਾ, ਉਹ ਵਿਸਰ ਜਾਂਦਾ ਹੈ, ਭੁੱਲ ਜਾਂਦਾ ਹੈ। ਮਾਇਆ ਜੀਵੜ ਦੁਖ ਨਹੀਂ, ਸਭ ਭਵ ਥਕੇ ਸੰਸਾਰ। ਪਾਤਸ਼ਾਹ ਕਹਿੰਦੇ ਮਾਇਆ ਤੋਂ ਵੱਡਾ ਹੋਰ ਦੁੱਖ ਹੀ ਕੋਈ ਨਹੀਂ। ਮਾਇਆ ਦਾ ਜਿਹੜਾ ਮੋਹ ਹੈ ਨਾ, ਇਹੀ ਸਭ ਤੋਂ ਵੱਡਾ ਦੁੱਖ ਹੈ। ਤੇ ਜਿਹੜੇ ਗੁਰੂ ਦੇ ਮਾਰਗ ਤੇ ਨਹੀਂ ਚੱਲੇ, ਗੁਰਮਤ ਦੇ ਪੰਥ ਹੀ ਨਹੀਂ ਬਣੇ ਨਾ, ਉਹ ਭਵ ਥੱਕੇ। ਭਵ ਤੋਂ ਭਾਵ ਹੈ ਭ੍ਰਮਣ ਕਰਨਾ, ਚੱਲੀ ਜਾਣਾ, ਰੁਕਣਾ ਨਹੀਂ। ਇਹ ਚੱਲਣ ਦੇ ਭਾਵ ਨੇ, ਇੱਕ ਤਾਂ ਮਨ ਫੁਰਨਿਆਂ ਵਿੱਚ ਚੱਲਦਾ ਹੈ, ਦੂਸਰਾ ਜੂਨਾਂ ਵਿੱਚ ਭ੍ਰਮਣ ਕਰਦਾ ਜੀਵ। ਉਹ ਜਿਹੜੇ ਹਨ ਭਵ ਥੱਕੇ, ਭਟਕਣਾ ਵਿੱਚ ਥੱਕ ਜਾਂਦੇ ਹਨ। ਆਖਰ ਨੂੰ ਉਹ ਕਿਸੇ ਮੁਕਾਮ ਤੇ ਸੱਚਖੰਡ ਰੂਪੀ ਮੰਜ਼ਲ ਤੇ ਨਹੀਂ ਜਾ ਸਕਦੇ ਹਨ। ਐਸੀ ਸੰਸਾਰ ਦੀ ਹਾਲਤ ਹੈ। ਗੁਰਮਤਿ ਸੁਖ ਪਾਈਐ, ਸਚ ਨਾਮ ਔਰ ਧਾਰ। ਜਿਹੜਾ ਅਸਲ ਵਿੱਚ ਸੁਖ ਹੈ ਨਾ, ਉਹ ਹੈ ਗੁਰੂ ਦੀ ਮੱਤ ਵਿੱਚੋਂ, ਨਾਮ ਨੂੰ ਧਾਰਨ ਕਰਕੇ। ਪਦਾਰਥ ਇਕੱਲੇ ਸੁਖ ਨਹੀਂ ਦੇ ਸਕਦੇ ਜਿੰਨਾ ਚਿਰ ਗੁਰੂ ਕਿਰਪਾ ਨਾ ਵਰਤੇ। ਕੈਨੇਡਾ ਵਿੱਚ ਬਰੰਪਟਨ ਦੇ ਵਿੱਚ ਇੱਕ ਸੱਜਣ ਦੇ ਘਰ ਜਾਣ ਦਾ ਮੌਕਾ ਬਣਿਆ। ਘਰ ਬੜਾ ਸੋਹਣਾ ਸੀ, ਮੈਂ ਛੇਤੀ ਗੱਲ ਕਹਿ ਦਿਆਂ। ਉਹ ਜਲ ਪਾਣੀ ਛਕਾਉਣ ਤੋਂ ਬਾਅਦ ਆਪਣਾ ਘਰ ਦਿਖਾਉਣ ਲੱਗ ਪਿਆ। ਆਪਣੇ ਬੈੱਡਰੂਮ ਵਿੱਚ ਲੈ ਗਿਆ, ਕਹਿੰਦਾ ਜੀ ਆਹ ਮੇਰਾ ਕਮਰਾ ਹੈ, ਤੇ ਆਹ ਜਿਹੜਾ ਬੈੱਡ ਹੈ ਮੇਰੇ ਜਨਮ ਦਿਨ ਤੇ ਮੇਰੇ ਪੁੱਤਰ ਨੇ ਗਿਫਟ ਕੀਤਾ। ਬੜੀ ਚੰਗੀ ਗੱਲ ਹੈ ਜੇ ਔਲਾਦ ਇਹੋ ਜਿਹੀ ਹੋਵੇ। ਉਸੇ ਕਮਰੇ ਵਿੱਚ ਇੱਕ ਦਰੀ ਸਿੰਪਲ, ਜਿਹੜੀ ਆਪਾਂ ਇੰਡੀਆ ਵਿੱਚ ਕਿਸੇ ਸਮੇਂ ਵਰਤਦੇ ਰਹੇ ਹਾਂ, ਉਹ ਦਰੀ ਇਸ ਢੰਗ ਦੀ ਵਿਛਾਈ ਹੋਈ। ਮੇਰੇ ਨਾਲ ਸਨ ਭਾਈ ਦਲਵੀਰ ਸਿੰਘ, ਉਹਨਾਂ ਨੇ ਸਵਾਲ ਕੀਤਾ ਸੁਭਾਵਕ, ਕਹਿੰਦੇ ਜੀ ਕਮਰਾ ਬੜਾ ਸੋਹਣਾ ਹੈ, ਬੈੱਡ ਬੜਾ ਸੋਹਣਾ, ਆਹ ਦਰੀ ਕਿਸ ਵਾਸਤੇ ਵਿਛਾਈ ਹੈ? ਉਸ ਸੱਜਣ ਦਾ ਜਵਾਬ ਸੀ, ਕਹਿਣ ਲੱਗਿਆ, ਕਹਿੰਦਾ ਮੈਨੂੰ ਬੈਕ ਬੋਨ ਦੀ ਤਕਲੀਫ ਹੈ, ਰੀੜ੍ਹ ਦੀ ਹੱਡੀ ਦੀ ਤਕਲੀਫ ਹੈ, ਇਸ ਕਰਕੇ ਮੈਂ ਬੈੱਡ ਤੇ ਸੌ ਨਹੀਂ ਸਕਦਾ। ਸੁੱਖਾਂ ਦੇ ਸਾਧਨ ਇਕੱਲੇ ਸੁੱਖ ਨਹੀਂ ਦਿੰਦੇ ਜਿੰਨਾ ਚਿਰ ਸੁੱਖਾਂ ਦਾ ਦਾਤਾ ਵਿੱਚ ਨਾ ਵਰਤੇ। ਜੋ ਸੁੱਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ। ਜੇ ਸੁੱਖ ਸਦੀਵੀ ਮੰਨਣਾ ਹੈ ਨਾ, ਭਾਵੇਂ ਸਰੀਰ ਦਾ ਭਾਵੇਂ ਆਤਮਕ ਹੈ, ਸਰਨ ਲੈ ਲੈ ਵਾਹਿਗੁਰੂ ਜੀ ਦੀ। ਜਿਸਨੋ ਮਿਲੇ ਸੋ ਮਿਲੈ, ਹਉ ਤਿਸ ਬਲਿਹਾਰੈ ਜਾਓ। ਇਹ ਤਾਂ ਵਾਹਿਗੁਰੂ ਕਿਰਪਾ ਕਰੇ ਨਾ। ਪਾਤਸ਼ਾਹ ਕਹਿੰਦੇ ਆਖਰ ਗੱਲ ਤਾਂ ਇਹੀ ਹੈ ਵੀ ਜਿਸ ਨੂੰ ਉਹ ਆਪ ਮਿਲਾ ਲਵੇ ਆਪਣੇ ਨਾਲ,
ਉਹੀ ਮਿਲ ਸਕਦਾ। ਕਈ ਵਾਰੀ ਬਹੁਤੇ ਯਤਨ ਵੀ ਅਸਫਲ ਹੁੰਦੇ ਵੇਖੇ ਜਾਂਦੇ ਹਨ, ਤੇ ਕਹਿੰਦੇ ਜਿਸ ਨੂੰ ਮਿਲੇ ਸੋ ਮਿਲੇ, ਜਿਹਨੂੰ ਮਿਲਾ ਲਵੇ ਉਹੀ ਮਿਲ ਸਕਦਾ ਹੈ। ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਤੋਂ ਮੈਂ ਬਲਿਹਾਰ ਜਾਂਦਾ ਹਾਂ। ਏ ਮਨ ਭਗਤੀ ਰਤਿਆ ਸਚ ਬਾਣੀ ਨਿਜ ਥਾਉ। ਜਦੋਂ ਗੁਰੂ ਦੀ ਵਰਤੇ ਕਿਰਪਾ, ਫਿਰ ਇਹ ਮਨ ਬਾਣੀ ਵਿੱਚ ਰਤ ਜਾਂਦਾ ਹੈ, ਰੰਗਿਆ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਤੇ ਨਿਜ ਥਾਉ, ਨਿਜ ਥਾਉ ਕੀ ਹੈ? ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੋਹਰ ਨਾ ਹੋਏ ਕੋ ਫੇਰਾ। ਅਸਲੀ ਨਿਜ ਘਰ ਆਪਣਾ ਉਹੀ ਹੈ ਨਾ। ਇਹ ਮਨ ਫਿਰ ਸੱਚਖੰਡ ਵਿੱਚ ਵਸ ਜਾਂਦਾ ਹੈ ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ। ਸੋ ਗੁਰਦੇਵ ਕਿਰਪਾ ਕਰਦੇ ਹਨ। ਮਨ ਰਤੇ ਜਿਹਵਾ ਰਤੀ ਹਰ ਗੁਣ ਸੱਚੇ ਗਾਓ। ਮਨ ਵੀ ਉਹਦੇ ਪ੍ਰੇਮ ਵਿੱਚ ਰੰਗਿਆ। ਰਤਿਆ ਕੀ ਹੁੰਦਾ? ਰਤੇ ਸਈ ਜੇ ਮੁਖ ਨਾ ਮੁੜਨ ਜਿਨੀ ਸੰਜਾਤਾ ਸਾਈਂ। ਉਹ ਰੱਤੇ ਮੰਨੇ ਜਾਂਦੇ ਨੇ ਜਿਹੜੇ ਵਾਹਿਗੁਰੂ ਤੋਂ ਕਦੇ ਵੀ ਪਾਸਾ ਨਹੀਂ ਵੱਟਦੇ। ਸੋ ਇਸ ਤਰ੍ਹਾਂ ਰੱਤੇ ਜਾਂਦੇ ਨੇ। ਮਨ ਵੀ ਰੱਤਿਆ ਗਿਆ, ਜੀਵਾ ਵੀ ਰੱਤੀ ਗਈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਨਕ ਨਾਮ ਨਾ ਵਿਸਰੈ ਸੱਚੇ ਮਾਹੇ ਸਮਾਉ। ਜਿਨ੍ਹਾਂ ਨੂੰ ਫਿਰ ਇਸ ਤਰ੍ਹਾਂ ਵਸਿਆ ਹੋਇਆ ਨਾਮ ਕਦੇ ਵੀ ਭੁੱਲਦਾ ਨਹੀਂ, ਸਿਮਰਨ ਹਿਰਦੇ ਵਿੱਚ ਵਸ ਜਾਂਦਾ ਹੈ, ਉਹ ਖੁਦ ਹੀ ਵਾਹਿਗੁਰੂ ਵਿੱਚ ਸਮਾ ਜਾਂਦੇ ਨੇ, ਪਰਮਾਤਮਾ ਵਿੱਚ ਲੀਨ ਹੋ ਜਾਂਦੇ ਨੇ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਪਰ ਕਿਹੜੇ? ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ। ਇਹ ਜੁਗਤੀ ਹੈ ਨਾ ਜਿਹੜੀ ਗੁਰੂ ਕਿਰਪਾ ਨਾਲ ਹੀ ਸਮਝ ਆਉਂਦੀ ਹੈ ਵੀ ਇਸੇ ਪਰਿਵਾਰ ਵਿੱਚ ਦੁਨੀਆ ਵਿੱਚ ਵਸਦਿਆਂ ਵਸਦਿਆਂ ਕਿਵੇਂ ਸੁਰਤ ਕਰਕੇ ਵਾਹਿਗੁਰੂ ਵਿੱਚ ਲੀਨ ਹੋਣਾ ਹੈ। ਸੋ ਗੁਰਦੇਵ ਕਹਿੰਦੇ ਉਹ ਸਮਾ ਜਾਂਦੇ ਨੇ ਸੱਚੇ ਪਾਤਸ਼ਾਹ ਦੇ ਸਰੂਪ ਵਿੱਚ। ਗੁਰਮੁਖ ਪਿਆਰਿਓ, ਵਿਚਾਰ ਕਰਦਿਆਂ ਹੋਈਆਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਣ। ਬੜੀ ਦੇਰ ਬਾਅਦ ਇਸ ਅਸਥਾਨ 'ਤੇ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੇਰਾ ਖਿਆਲ ਹੈ 5 ਸਾਲ ਬਾਅਦ ਦਾਸ ਆਪ ਦੇ ਦਰਸ਼ਨਾਂ ਵਾਸਤੇ ਗੁਰੂ ਕੀ ਹਜ਼ੂਰੀ ਵਿੱਚ ਪਹੁੰਚਿਆ। ਤੇ ਸਰੀਰ ਰਿਹਾ, ਸਵਾਸ ਰਹੇ, ਪਾਤਸ਼ਾਹ ਬਖਸ਼ਿਸ਼ਾਂ ਕਰਦੇ ਰਹੇ, ਫਿਰ ਆਪ ਦੇ ਦੀਦਾਰ ਕਰਨ ਦਾ ਸੁਭਾਗ ਮਿਲਦਾ ਰਹੇ। ਬਹੁਤ ਬਹੁਤ ਸ਼ੁਕਰਾਨਾ ਹੈ। ਕੋਟਾਨ ਕੋਟ ਰੋਮ ਰੋਮ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ। ਧੰਨਵਾਦ ਪ੍ਰਬੰਧਕ ਗੁਰਮੁਖ ਪਿਆਰਿਆਂ ਦਾ, ਸੁਚੱਜੇ ਢੰਗ ਨਾਲ ਪ੍ਰਬੰਧ ਚਲਾ ਵੀ ਰਹੇ ਨੇ। ਪਾਤਸ਼ਾਹ ਹੋਰ ਬਲ ਬਖਸ਼ਿਸ਼ ਕਰਨ। ਧੰਨਵਾਦ ਇਸ ਸਥਾਨ ਦੇ ਮੁੱਖ ਗ੍ਰੰਥੀ ਸਾਹਿਬ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ, ਜੋ ਗੁਰੂ ਕੀ ਗੋਦ ਵਿੱਚ ਇਸ ਵੇਲੇ ਸੱਜ ਰਹੇ ਨੇ। ਸੋ ਵਿਸ਼ੇਸ਼ ਧੰਨਵਾਦ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਇੱਥੇ ਸ਼ਬਦ ਦੀ ਸੰਪੂਰਨਤਾ ਹੋ ਰਹੀ ਹੈ। ਇੱਕ ਬੇਨਤੀ ਮੈਂ ਕਰਦੇ ਹਾਂ, ਜਿਹੜੇ ਸ਼ਬਦ ਦੀ ਸੰਪੂਰਨਤਾ ਤੇ ਅੰਕਾਂ ਦੀ ਗਿਣਤੀ ਹੁੰਦੀ ਹੈ, ਜਿਹੜੇ ਪ੍ਰਕਾਸ਼ ਕਰਕੇ ਦਰਸ਼ਨ ਕਰਦੇ ਨੇ ਨਾ, ਅੱਜ ਵੀ ਇਸ ਸ਼ਬਦ ਦੇ ਕਰਕੇ ਵੇਖਿਓ। ਹੁਣ ਤੇ ਕਈ ਵਾਰੀ ਤੁਸੀਂ ਮੋਬਾਈਲ ਦੇ ਵਿੱਚ ਆਈ ਗ੍ਰੰਥ ਵੀ ਖੋਲ੍ਹ ਲੈਂਦੇ ਹੋ। ਇਹ ਦਰਸ਼ਨ ਕਰੋਗੇ ਤੇ ਅੰਕਾਂ ਦੇ ਵਿੱਚ ਜਿਹੜੀ ਸਮਾਪਤੀ ਦੀ ਗਿਣਤੀ ਲਿਖੀ ਹੋਈ ਹੈ ਨਾ, ਉਹਦੇ ਵਿੱਚ ਇੱਕ ਲਿਖਿਆ ਹੈ 33 ਤੇ ਇੱਕ ਲਿਖਿਆ 31। ਇੱਥੇ ਮਿਸਪ੍ਰਿੰਟ ਹੈ। 33 ਸ਼ਬਦ ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਦੇ ਆਏ ਨੇ, ਤੇ ਹੁਣ ਤੱਕ 31 ਸ਼ਬਦ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਆਏ ਨੇ, ਤੇ ਅੱਗੇ ਇਹਨਾਂ ਦਾ ਜੋੜ 64 ਇਕੱਠਾ ਕਰਕੇ ਲਿਖਿਆ ਹੋਇਆ ਹੈ। ਇਹਨਾਂ ਅੰਕਾਂ ਦੇ ਭਾਵ ਨੂੰ ਇਸ ਢੰਗ ਨਾਲ ਵਿਚਾਰਿਆ ਕਰੋ ਤਾਂ ਕਿ ਇਹ ਗੱਲ ਵੀ ਨਾਲ ਦੀ ਨਾਲ ਸਮਝ ਆਵੇ। ਮੇਰੇ ਪਾਤਸ਼ਾਹ ਨੇ ਬੜੀ ਸਾਵਧਾਨੀ ਵਰਤੀ ਹੈ ਬਈ ਗੁਰੂ ਦੀ ਬਾਣੀ ਵਿੱਚ ਮਿਲਾਵਟ ਨਾ ਹੋ ਸਕੇ, ਇਸ ਕਰਕੇ ਸ਼ਬਦਾਂ ਦਾ ਨੰਬਰ ਤੇ ਗਿਣਤੀ ਧਿਆਨ ਵਿੱਚ ਰੱਖ ਕੇ ਲਿਖੇ ਗਏ ਨੇ। ਸੋ ਇੰਨੇ ਕੁ ਸ਼ਬਦ ਪ੍ਰਵਾਨ ਕਰਨੇ। 2 ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਕਰਾਂਗੇ ਜੀ। ਮਨ ਰਤੇ ਜਿਹਵਾ ਰਤੇ ਹਰ ਗੁਣ ਸੱਚੇ ਗਾਓ। ਨਾਨਕ ਨਾਮ ਨਾ ਵਿਸਰੈ ਸੱਚੇ ਮਾਹੇ ਸਮਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ।